महान शहीदां दी याद अंदर गुरु साहब जी दे चारे लखते जिगर सत्कारयोग माता गुजर कौर जी, होर पंथ दे महान विद्वान शहीदां दी याद अंदर आप सब नगर दी संगत ने मिल करके गुरमत समागम जो रखिया है गुरु साहब जी दे चरनां अंदर। सत्कारयोग भाई जबरतोड़ सिंह जी आप जी नूं अमृत गुरबाणी राही निहाल कर रहे सन। जितना समा प्रगंपा ने बख्शिया है उन्हें समय विच रह के गुरु घर दी विचार आप जी दे चरनां विच रख सकीए। फतेह बुलाओ जी आखो वाहिगुरु जी का खालसा वाहिगुरु जी की फतेह। थोड़ी जी बेस घटा दो, थोड़ी जी आवाज घटा दो, घटाउणी। धन श्री गुरु गोबिंद सिंह जी महाराज जिस दिन खालसा पंथ साजिया सी उसे देनी सतगुरां ने जदों उच्चियां सुच्चियां रहतां खालसे नूं दसियां ते जिहड़े लोग रहत नहीं सी रख सकदे ते खालसे दी चढ़त नहीं सी वेख सकदे, ਉਹ ਲੋਕ ਉਸੇ ਦੇਣੀ ਦੋ ਧੜੇ ਬਣ ਗਏ ਸੀ। ਜਾਂ ਇੰਜ ਕਹਿ ਲਓ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਨ੍ਹਾਂ ਨੇ ਗੁਰੂ ਕੀ ਮੱਤ ਕਮਾਉਣੀ ਸੀ ਉਹ ਇੱਕ ਪਾਸੇ ਹੋ ਗਏ, ਜਿਨ੍ਹਾਂ ਨੇ ਮਨ ਦੀ ਮੱਤ ਕਮਾਉਣੀ ਸੀ ਉਹ ਇੱਕ ਪਾਸੇ ਹੋ ਗਏ। ਤੇ ਵੈਰ ਕਾਹਦਾ ਹੈ? ਕੇਵਲ ਸੱਚ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਔਰ ਵੈਰੀ ਉਹ ਬਣੇ ਨੇ ਜਿਨ੍ਹਾਂ ਦੇ ਵੱਡਿਆਂ ਨੂੰ ਕਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੇਲ੍ਹਾਂ ਵਿੱਚੋਂ ਕੱਢ ਕੇ ਲਿਆਏ ਸੀ, ਜਿਨ੍ਹਾਂ ਨੇ ਕਦੀ ਘਰ ਦਾ ਮੂੰਹ ਨਹੀਂ ਸੀ ਨਾ ਵੇਖਣਾ, ਆਪਣੇ ਬੱਚਿਆਂ ਦਾ ਮੂੰਹ ਨਹੀਂ ਸੀ ਕਦੀ ਵੇਖਣਾ, ਉਹਨਾਂ ਨੂੰ ਜੇਲ੍ਹਾਂ ਵਿੱਚੋਂ ਕੱਢ ਕੇ ਲਿਆਏ। ਉਸ ਮੀਰੀ ਪੀਰੀ ਵਾਲੇ ਬਾਪੂ ਦਾ ਪੋਤਾ ਤਖਤ ਤੇ ਬਿਰਾਜਮਾਨ ਹੋਇਆ ਤੇ ਜਿਨ੍ਹਾਂ ਨੂੰ ਜੇਲ੍ਹਾਂ ਚੋਂ ਕੱਢਿਆ ਜਿੱਦਣ ਉਹਨਾਂ ਦੇ ਪੋਤੇ ਤਖਤਾਂ ਦੇ ਬਿਰਾਜਮਾਨ ਹੋਏ ਤੇ ਉਹਨਾਂ ਫਿਰ ਕਲਗੀ ਵਾਲੇ ਪਾਤਸ਼ਾਹ ਦੇ ਨਾਲ ਵੈਰ ਰੰਭਿਆ। ਅਕਿਰਤ ਘਣਾ ਦੀ ਕੋਈ ਹੱਦ ਨਾ ਰਹੀ। ਸਮੇਂ ਦੇ ਵਿੱਚ ਹੀ ਰਹਿ ਕੇ ਮੈਂ ਵਿਚਾਰ ਕਰ ਸਕਾਂ। ਗੁਰੂ ਸਾਹਿਬ ਕਿਰਪਾ ਕਰਨ। ਸਾਕਾ ਬੜਾ ਵੱਡਾ ਹੈ, ਜਿੱਥੇ ਦਾਸ ਦੀ ਸੇਵਾ ਹੈ ਉੱਥੇ ਅਸੀਂ 21 ਤਰੀਕ ਤੋਂ ਇਹ ਸ਼ਹੀਦੀ ਲੜੀ ਸ਼ੁਰੂ ਕੀਤੀ ਹੋਈ। 1 ਘੰਟਾ ਸਵੇਰੇ ਅਸੀਂ ਵਿਚਾਰ ਕਰਦੇ ਹਾਂ। ਕੱਲ ਨੂੰ ਉੱਥੇ ਸਮਾਪਤੀ ਹੋਣੀ ਆ ਗੁਰਦੁਆਰਾ ਬੁਰ ਸਾਹਿਬ ਜੀ ਵਿਖੇ। 8 ਦਿਨ ਕਥਾ ਕਰਕੇ ਵੀ ਇੰਜ ਲੱਗਾ ਵੀ ਜਿੱਦਾਂ ਕੁਛ ਨਹੀਂ ਸੁਣਾ ਸਕੇ, ਏਡੇ ਤਗੜੇ ਸਾਕੇ ਨੇ। 1 ਘੰਟੇ ਵਿੱਚ ਜੋ ਗੁਰੂ ਸਾਹਿਬ ਜੀ ਕਿਰਪਾ ਕਰਨ। ਜਿੰਨਾ ਸਮਾਂ ਹੈ ਉਹਨੇ ਵਿੱਚ ਹੀ ਰਹਿ ਕੇ ਵਿਚਾਰ ਕਰੀਏ। ਪਹਾੜੀ ਰਾਜਿਆਂ ਦੀ ਪੇਸ਼ ਨਾ ਗਈ, ਬੜੀਆਂ ਜੰਗਾਂ ਹੋਈਆਂ। ਮਸਲਾ ਇੰਨਾ ਹੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੱਗ ਦੀ ਕਲਗੀ ਝੁਕਾਉਣੀ ਆ, ਕਿਉਂਕਿ ਇਹਦੀ ਸ਼ਾਦ ਸਾਡੇ ਕੋਲੋਂ ਵੇਖੀ ਨਹੀਂ ਜਾਂਦੀ। ਪਰ ਉਹਨੂੰ ਕੌਣ ਝੁਕਾਵੇਗਾ? ਜਿਹੜਾ ਦੁਨੀਆ ਦਾ ਆਸਰਾ ਨਹੀਂ ਲੈਂਦਾ। ਆਪਣੀ ਰਸਨਾ ਤੋਂ ਇਹ ਗਾਉਂਦੇ ਨੇ ਹਰ ਵੇਲੇ ਕਿ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਆ। ਜਿਹੜਾ ਦੁਨੀਆ ਦੇ ਰਾਜਿਆਂ ਦੀ ਪਰਵਾਹ ਨਹੀਂ ਕਰਦਾ, ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ ਔਰ ਇੱਕ ਦੇ ਅੱਗੇ ਹੀ ਝੁਕਦਾ ਹੈ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਜਿਹੜਾ ਆਪਣੀ ਅੱਖ ਥੱਲੇ ਕਿਸੇ ਹੋਰ ਨੂੰ ਲਿਆਉਂਦਾ ਹੀ ਨਹੀਂ, ਸਾਰੀ ਦੁਨੀਆ ਵੀ ਇਕੱਠੀ ਹੋ ਕੇ ਉਹਦੇ ਦੁਆਲੇ ਹੋ ਜੇ, ਉਹਦੀ ਕਲਗੀ ਨੂੰ ਕੋਈ ਝੁਕਾ ਨਹੀਂ ਸਕਦਾ। ਪਰ ਕੋਸ਼ਿਸ਼ ਇਹੋ ਹੀ ਸੀ। ਨਹੀਂ ਗੱਲ ਬਣੀ ਰਾਜਿਆਂ ਕੋਲੋਂ। ਸਾਰੇ ਰਾਜਿਆਂ ਨੇ ਮਾਇਆ ਇਕੱਠੀ ਕਰਕੇ ਔਰੰਗਜ਼ੇਬ ਦੀ ਸ਼ਰਨ ਵਿੱਚ ਗਏ। ਸਾਡੇ ਕੋਲੋਂ ਗੁਰੂ ਗੋਬਿੰਦ ਸਿੰਘ ਸਾਂਭੇ ਨਹੀਂ ਗਏ। ਜੇ ਉਹਨਾਂ ਨੂੰ ਛੇਤੀ ਤੋਂ ਛੇਤੀ ਵਸ ਵਿੱਚ ਨਾ ਕੀਤਾ ਗਿਆ, ਇੱਕ ਦਿਨ ਦਿੱਲੀ ਦਾ ਤਖਤ ਉਹ ਸੰਭਾਲਣਗੇ। ਹਾਲਾਂਕਿ ਸਤਿਗੁਰੂ ਜੀ ਕਿਸੇ ਦੀ ਜ਼ਮੀਨ, ਕਿਸੇ ਦਾ ਹੱਕ ਸਾਂਭਣ ਵਾਸਤੇ ਫੌਜ ਨਹੀਂ ਬਣਾਈ, ਕਿਉਂਕਿ ਉਹਨਾਂ ਦਾ ਨਿਸ਼ਚਾ ਇੰਨਾ ਹੀ ਸੀ ਕਿ ਅਕਾਲ ਪੁਰਖ ਜੀ ਨੇ ਮੈਨੂੰ ਇਹੋ ਹੀ ਆਖਿਆ ਕਿ ਜਾਹੇ ਤਹਾਂ ਤੁਮ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਭੈੜੀ ਮੱਤ ਕਮਾਉਣ ਵਾਲੇ ਲੋਕਾਂ ਨੂੰ ਸਿੱਧੇ ਰਸਤੇ ਪਾਓ। ਜੋ ਗੁਰੂ ਸਾਹਿਬ ਨੇ ਆਖਿਆ ਭੂਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਭੁੱਲਿਆਂ ਹੋਇਆਂ ਨੂੰ ਮਾਰਗ ਤੇ ਪਾਉਣ ਵਾਸਤੇ ਕਲਗੀਧਰ ਜੀ ਨੇ ਇਹ ਪੰਥ ਸਾਜਿਆ, ਪਰ ਪੰਥ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਸੀ ਹੁੰਦੀ ਇਹਨਾਂ ਕੋਲੋਂ। ਔਰੰਗਜ਼ੇਬ ਦੇ ਅੱਗੇ ਮਾਇਆ ਦੀ ਢੇਰੀ ਕਰ ਦਿੱਤੀ। ਜੇ ਕਿਤੇ ਤੁਸੀਂ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਵਿੱਚੋਂ ਕੱਢ ਦਿਓ ਬਾਹਰ,
ਤੇ ਮੁੜ ਕੇ ਅਸੀਂ ਉਹਨਾਂ ਦੇ ਪੈਰ ਨਹੀਂ ਲੱਗਣ ਦੇਣੇ। ਖਰਚਾ ਸਾਰਾ ਸਾਡਾ। ਜੇ ਨਾ ਇਹ ਸਟੈਪ ਚੁੱਕੋਗੇ, ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਦਿੱਲੀ ਦੇ ਤਖਤ ਤੇ ਬਿਰਾਜਮਾਨ ਹੋਣਗੇ ਔਰ ਤੁਸੀਂ ਲੱਭਿਆ ਨਹੀਂ ਲੱਭੋਗੇ। ਰਾਜੇ ਕੰਨਾਂ ਦੇ ਕੱਚੇ ਹੋਇਆ ਕਰਦੇ ਆ। ਔਰੰਗਜ਼ੇਬ ਦੇ ਹੁਕਮ ਮੁਤਾਬਕ ਦਿੱਲੀ ਦੇ ਸੂਬੇ, ਲਾਹੌਰ ਦੇ, ਜੰਮੂ ਦੇ, ਕਾਬਲ ਕੰਧਾਰ ਤੱਕ ਸਾਰੇ ਥਾਂ ਉਹਨੇ ਪਰਮਾਨੇ ਭੇਜੇ ਤੇ 10 ਲੱਖ ਫੌਜ ਮੁਗਲਾਂ ਦੀ ਇਕੱਠੀ ਹੋਈ। 3.5 ਲੱਖ ਫੌਜ ਪਹਾੜੀਆਂ ਦੀ ਇਕੱਠੀ ਹੋਈ ਤੇ ਜਿੰਨੇ ਗੁੱਜਰ ਸੀ, ਜਿੰਨੇ ਰੰਗੜ ਸੀ, ਜਿੰਨੇ ਲੁਟੇਰੇ ਸੀ, ਇਹ ਸਰਕਾਰਾਂ ਨੇ ਰੱਖੇ ਹੁੰਦੇ ਨੇ ਆਪਣੇ ਵਾਸਤੇ। ਕਾਦੇ ਵਾਸਤੇ? ਜਦੋਂ ਵੀ ਕਿਤੇ ਦੂਜੇ ਦੇਸ਼ ਤੇ ਹਮਲਾ ਕਰਨਾ ਰਾਜੇ ਤੇ, ਜੇ ਫੌਜ ਘੱਟ ਆ ਤੇ ਕੁੱਲ ਦੁਨੀਆ ਦੇ ਲੁਟੇਰੇ ਤੇ ਬਦਮਾਸ਼ ਉਹਨਾਂ ਨੂੰ ਇਹ ਸੱਦਾ ਭੇਜਦੇ ਆ ਵੀ ਆਓ, ਜਦੋਂ ਦੂਜੇ ਦੇਸ਼ ਦੇ ਰਾਜੇ ਨੂੰ ਜਿੱਤ ਲਵਾਂਗੇ, ਉਹਦੇ ਸ਼ਹਿਰ ਨੂੰ, ਉਹਦੇ ਖਜ਼ਾਨੇ ਨੂੰ ਲੁੱਟ ਲਿਓ ਤੇ ਲੁੱਟਿਆ ਹੋਇਆ ਮਾਲ ਤੁਹਾਡਾ। ਸਾਰੀ ਦੁਨੀਆ ਦੇ ਇਸ ਤਰ੍ਹਾਂ ਧਾੜਵੀ ਲੋਕ ਇਕੱਠੇ ਕਰਕੇ ਅਨੰਦਪੁਰ ਸਾਹਿਬ ਤੇ ਚੜਾਏ, ਪਰ ਕਲਗੀ ਵਾਲਾ ਪਾਤਸ਼ਾਹ ਇੱਕ ਅਕਾਲ ਦਾ ਪੁਜਾਰੀ 8 ਮਹੀਨੇ ਤੋਂ ਘੇਰਾ ਪਿਆ ਹੋਇਆ, 9ਵੇਂ ਮਹੀਨੇ ਵਿੱਚ ਘੇਰਾ ਪਹੁੰਚ ਗਿਆ। ਅੰਦਰ ਦੀ ਹਾਲਤ ਵੀ ਠੀਕ ਨਹੀਂ ਸੀ ਤੇ ਹਾਲਤ ਬਾਹਰ ਦੀ ਵੀ ਠੀਕ ਨਹੀਂ ਸੀ। ਅੰਦਰ ਦੀ ਹਾਲਤ ਤੇ ਇਦਾਂ ਦੀ ਸੀ ਕਿ ਸੋਹਣ ਸਿੰਘ ਸੀਤਲ ਕਹਿੰਦੇ ਨੇ, ਸੀਤਲ ਸ਼ੇਰਾਂ ਵਰਗੇ ਸੂਰਮੇ ਭੁੱਖ ਨੇ ਮਾਰ ਮੁਕਾਏ। ਅੰਦਰ ਖਾਣ ਪੀਣ ਨੂੰ ਕੁਛ ਨਹੀਂ ਸੀ। ਪਹਾੜੀਆਂ ਨੇ ਇੱਕ ਪਾਣੀ ਦਾ ਚਸ਼ਮਾ ਆਉਂਦਾ ਸੀ, ਉਹ ਵੀ ਮੋੜ ਦਿੱਤਾ। ਦੂਜੇ ਪਾਸੇ ਪਿੰਡਾਂ ਵਿੱਚੋਂ ਜਿਹੜੀ ਰਸਤ ਜਾਂਦੀ ਸੀ, ਉਹ ਲੰਗਰ ਵੀ ਡੱਕ ਦਿੱਤਾ। ਤੇ ਗੁਰੂ ਕੇ ਸਿੱਖਾਂ ਨੇ ਰੁੱਖਾਂ ਦੇ ਪੱਤੇ ਉਬਾਲ ਕੇ ਖਾਧੇ। ਰੁੱਖਾਂ ਦੀਆਂ ਛਿੱਲੜਾਂ ਲਾ ਕੇ ਨਾ ਪਾਣੀ ਵਿੱਚ ਉਬਾਲ ਕੇ ਉਹਨਾਂ ਦੀ ਜਦੋਂ ਕੌੜ ਨਿਕਲ ਜਾਂਦੀ ਸੀ ਤੇ ਉਹਨਾਂ ਛਿੱਲੜਾਂ ਦੇ ਉੱਤੇ ਲੂਣ ਧੂੜ ਕੇ ਖਾਂਦੇ ਰਹੇ। ਆਨੰਦਪੁਰ ਦੇ ਵਿੱਚ ਜਿੰਨਾ ਘਾਹ ਉੱਗਿਆ ਸੀ, ਉਸ ਘਾਹ ਦਾ ਸਾਗ ਬਣਾ ਕੇ ਖਾਂਦੇ ਰਹੇ। ਜਿੱਦਣ ਘਾਹ ਵੀ ਮੁੱਕ ਗਿਆ, ਸਿੱਧਕੀ ਸਿੱਖ ਸੀ, ਘਾਹ ਵੀ ਮੁੱਕ ਗਿਆ, ਰੁੱਖਾਂ ਦੀਆਂ ਛਿੱਲੜਾਂ ਵੀ ਮੁੱਕ ਗਈਆਂ, ਰੁੱਖਾਂ ਦੇ ਪੱਤੇ ਵੀ ਮੁੱਕ ਗਏ। ਫਿਰ ਸਿੱਖ ਏਡੇ ਰਾਠ ਸੂਰਮੇ, ਜਿਹੜਾ ਇੱਕ ਸੂਰਮੇ ਦੇ ਅੱਗੇ 100 ਬੰਦਾ ਅੱਗੇ ਲਾ ਕੇ ਦੌੜ ਜਾਂਦਾ ਸੀ ਨਾ, ਉਹ ਏਦਾਂ ਦੇ ਸੂਰਬੀਰ ਭੁੱਖ ਦੇ ਨਾਲ ਸੁੱਕੇ ਹੋਏ, ਨਿੱਕੇ ਉਹਨਾਂ ਦੇ ਚਿਹਰੇ ਹੋ ਗਏ ਸੁੱਕ ਕੇ ਤੇ ਕੰਧਾਂ ਨਾਲ ਲੱਗੇ ਹੋਏ ਨੇ, ਜਿਨ੍ਹਾਂ ਕੋਲੋਂ ਪੈਰ ਵੀ ਨਹੀਂ ਪੁੱਟਿਆ ਜਾਂਦਾ। ਆਹ ਹਾਲਤ ਸੀ। ਭਾਈ ਗੁਰਦਾਸ ਜੀ ਨੇ ਆਖਿਆ ਨਾ, ਧੰਨ ਗੁਰੂ ਪਿਆਰੇ, ਸਦਕੇ ਜਾਈਏ ਗੁਰੂ ਤੋਂ ਤੇ ਸਦਕੇ ਜਾਈਏ ਇਹੋ ਜਿਹੇ ਗੁਰੂ ਤੇ ਸਿੱਖਾਂ ਤੋਂ, ਜਿਹੜੇ ਇੰਨੇ ਚਿਰਾਂ ਦੇ ਭੁੱਖੇ ਬੈਠੇ ਨੇ ਪਰ ਅਜੇ ਬਾਹਾਂ ਨਹੀਂ ਖੜੀਆਂ ਕਰਦੇ, ਹਾਰ ਨਹੀਂ ਮੰਨਦੇ। ਫਿਰ ਬਾਹਰ ਦੀ ਹਾਲਤ ਬੜੀ ਤਰਸਯੋਗ ਹੋ ਗਈ। ਖਾਂਦਿਆਂ ਪੀਂਦਿਆਂ ਸਭ ਕੁਝ ਲੈਂਦਿਆਂ ਅੱਕ ਗਏ, ਬਿਮਾਰ ਪੈ ਗਏ। ਫੌਜ ਬਾਗੀ ਹੋਣ ਤੇ ਤਿਆਰ ਸੀ। ਫਿਰ ਉਹਨਾਂ ਨੇ ਵਜੀਦ ਖਾਨ ਨੇ ਆਪਣੇ ਵੱਲੋਂ ਇੱਕ ਮੌਲਵੀ ਤਿਆਰ ਕੀਤਾ। ਪਹਾੜੀ ਰਾਜਪੂਤ ਰਾਜਿਆਂ ਨੇ ਆਪਣਾ ਪੁਰੋਹਿਤ ਤਿਆਰ ਕੀਤਾ, ਜਿਹਦਾ ਨਾਂ ਸੀ ਪੰਮਾ। ਹਿੰਦੂ ਰਾਜਿਆਂ ਨੇ ਗੀਤਾ ਦੀ ਤੇ ਗਊ ਦੀ ਸਹੁੰ ਖਾਧੀ। ਮੁਸਲਮਾਨਾਂ ਨੇ ਕੁਰਾਨ ਦੀ ਸਹੁੰ ਖਾਧੀ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਹੀ ਆਖਿਆ, ਮਹਾਰਾਜ ਦੂਰ ਦੇਸਾਂ ਵਿੱਚ ਧੁੰਮਾਂ ਪੈ ਗਈਆਂ ਨੇ ਵੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ, ਪਰ ਤੁਹਾਡੀ ਫੌਜ ਕੋਲੋਂ ਆਨੰਦਪੁਰ ਫਤਿਹ ਨਹੀਂ ਹੋਇਆ। ਅਸੀਂ ਤੇ ਕਿਤੇ ਮੂੰਹ ਵਿਖਾਲਣ ਜੋਗੇ ਨਹੀਂ ਰਹੇ। ਹੁਣ ਬੇਨਤੀ ਇੰਨੀ ਕਿਹਾ ਵੀ ਕਿਰਪਾ ਕਰਕੇ ਭਾਵੇਂ 8 ਪੈਰ ਵਾਸਤੇ ਆਨੰਦਪੁਰ ਸਾਹਿਬ ਖਾਲੀ ਕਰ ਦਿਓ, ਜਦੋਂ ਅਸੀਂ ਨਗਾਰੇ ਵਜਾਉਂਦੇ ਆਪਣੇ ਘਰਾਂ ਨੂੰ ਚਲੇ ਜਾਵਾਂਗੇ, ਤੁਸੀਂ ਫੇਰ ਆ ਜਿਓ, ਕਿਉਂਕਿ ਕਿਤੇ ਮੂੰਹ ਕੱਢਣ ਜੋਗੇ ਤੇ ਹੋ ਜਾਈਏ। ਦੁਨੀਆ ਤੇ ਲਾਹਨਤ ਪਾਉਂਦੀ ਆ ਵੀ 12-13 ਲੱਖ ਬੰਦਾ ਤੁਸੀਂ ਚੜਾ ਦਿੱਤਾ ਹੈ ਤੇ ਅੰਦਰ ਥੋੜੀ ਜੀ ਸੰਗਤ ਆ, ਗੁਰੂ ਸਾਹਿਬ ਆ, ਤੇ ਤੁਹਾਡੇ ਕੋਲ ਕੁਝ ਵੀ ਨਹੀਂ ਹੋਇਆ, ਕਿਤੇ ਮੂੰਹ ਦੇਣ ਜੋਗੇ ਹੋ ਜਾਈਏ। ਮਾਰੇ ਕਹਿੰਦੇ ਸੀ ਨਹੀਂ, ਇਹਨਾਂ ਦੀ ਗੱਲ ਤੇ ਯਕੀਨ ਨਹੀਂ ਕਰਨਾ। ਪਰ ਸਿੱਖ ਵਿੱਚ ਆਖਣ ਲੱਗ ਪਏ ਸੀ, ਮਹਾਰਾਜ ਭੁੱਖ ਨਾਲ ਮਰਨ ਨਾਲੋਂ ਚੰਗਾ ਹੈ ਦੁਸ਼ਮਣ ਦੇ ਗਲ ਪੈ ਕੇ ਮਰ ਜਾਈਏ। ਮਾਤਾ ਗੁਜਰ ਕੌਰ ਜੀ ਨੇ ਵੀ ਆਖਿਆ, ਲਾਲ ਜੀ ਹੁਣ ਬੜੇ ਦਿਨ ਹੋ ਗਏ ਨੇ, ਨਾ ਪ੍ਰਸ਼ਾਦਾ ਨਹੀਂ ਛਕਿਆ, ਕਿਸੇ ਨੇ ਵੀ ਨਹੀਂ ਛਕਿਆ, ਤੇ ਇਹ ਨਹੀਂ ਠੀਕ। ਹੁਣ ਉਹਨਾਂ ਨੇ ਆਪਣੇ ਧਰਮ ਦੀ ਸਹੁੰ ਖਾਧੀ ਆ। ਕਲਗੀ ਵਾਲੇ ਪਾਤਸ਼ਾਹ ਜੀ ਕਹਿੰਦੇ ਸੀ, ਮਾਤਾ ਜੀ ਧਰਮ ਹੁੰਦਾ ਧਰਮੀ ਲੋਕਾਂ ਵਾਸਤੇ, ਸਿਆਸਤ ਵਾਲੇ ਲੋਕਾਂ ਵਾਸਤੇ ਕੋਈ ਧਰਮ ਨਹੀਂ ਹੁੰਦਾ। ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਜਿੱਧਰੋਂ ਲਾਭ ਹੋਵੇ ਇਹ ਉਧਰ ਨੂੰ ਹੋ ਜਾਇਆ ਕਰਦੇ। ਇਹਨਾਂ ਦਾ ਕਾਹਦਾ ਧਰਮ ਆ? ਪਰ ਮਾਤਾ ਜੀ ਦਾ ਹੁਕਮ ਮੰਨ ਕੇ ਸੰਖੇਪ ਵਿੱਚ ਹੀ ਮੈਂ ਚੱਲ ਰਿਹਾ। ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲਾ ਛੱਡਿਆ ਤੇ ਉਹੀ ਗੱਲ ਹੋਈ। ਆਨੰਦਪੁਰ ਸਾਹਿਬ ਤੋਂ ਜਦੋਂ ਬਾਹਰ ਆਏ
4 ਸਫੇਰਿਓਂ ਜਿਨ੍ਹਾਂ ਸੌਵਾਂ ਖਾਧੀਆਂ ਸੀ, ਉਹਨਾਂ ਨੇ ਜਾ ਅਲੀ ਦੇ ਨਾਰੇ, ਹਰ ਹਰ ਮਹਾਦੇਵ ਦੇ ਨਾਰੇ ਇਹ ਬੜੇ ਆਕਾਸ਼ ਤੱਕ ਗੂੰਜੇ, ਭਈ ਗੁਰੂ ਗੁਰੂ ਕੇ ਪੁੱਤਰ ਕੋਈ ਸਿੱਖ ਇਹਨਾਂ ਦਾ ਬਚ ਕੇ ਨਾ ਜਾਵੇ। ਸਰਸਾ ਨਦੀ ਤੱਕ ਇੰਨਾ ਘਮਸਾਨ ਦਾ ਜੰਗ ਹੋਇਆ। ਉਹ ਰਾਠ ਸੂਰਮੇ ਜਿਨ੍ਹਾਂ ਨੇ ਕਦੀ ਇੱਕ ਬਰਸ਼ੀ ਮਾਰ ਕੇ ਹਾਥੀ ਸੁੱਟ ਦਿੱਤਾ ਸੀ, ਬਾਬਾ ਬਚਿੱਤਰ ਸਿੰਘ ਜੀ ਵਰਗੇ, ਉਹਨਾਂ ਦੇ ਸਰੀਰ ਤੇ ਇੰਨੇ ਜ਼ਖਮ ਸੀ। ਕੋਟਲਾ ਨਿਹੰਗ ਖਾਂ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਉਹਨਾਂ ਨੂੰ ਛੱਡ ਕੇ ਆਏ। ਨਿਹੰਗ ਖਾਂ ਜੀ, ਜੇ ਸਾਡਾ ਸੂਰਮਾ ਬਚ ਗਿਆ ਜਾਂ ਅਸੀਂ ਬਚ ਗਏ ਤੇ ਅਸੀਂ ਆਣ ਕੇ ਇਹਨਾਂ ਨੂੰ ਲੈ ਜਾਾਂਗੇ, ਇਹਨਾਂ ਨੂੰ ਥੋੜਾ ਸਮਾਂ ਸੰਭਾਲੋ। ਨਿਹੰਗ ਖਾਂ ਜੀ ਆਪਣੇ ਕਮਰੇ ਵਿੱਚ ਸੰਭਾਲਦੇ ਆ, ਪਰ ਬਚਿੱਤਰ ਸਿੰਘ ਜੀ ਉੱਥੇ ਸ਼ਹੀਦੀ ਪਾ ਗਏ। ਸਰਦਾਰ ਉਦੇ ਸਿੰਘ ਜਿਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਸੀ, ਸਰਸਾ ਨਦੀ ਦੇ ਕੰਢੇ ਤੇ ਕਲਗੀ ਵਾਲੇ ਪਾਤਸ਼ਾਹ ਜੀ ਨੇ ਜਦੋਂ ਕਹਿ ਦਿੱਤਾ, ਦਇਆ ਸਿੰਘ ਜੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸਿੰਘਾਂ ਨੇ ਆਖਿਆ ਮਹਾਰਾਜ ਜੀ ਇਹ ਵਡਿਆਈਆਂ ਕਰਨ ਦਾ ਟਾਈਮ ਹੈ? ਪਿੱਛੇ ਤੇ ਤੀਰਾਂ ਗੋਲੀਆਂ ਦਾ ਮੀਂਹ ਵਰਦਾ ਵਹੀਰ ਦੇ ਉੱਤੇ। ਮਹਾਰਾਜ ਆਂਦੇ ਸੀ, ਖਾਲਸਾ ਜੀ ਜੇ ਮਾਰੀ ਜਾਣਾ ਵਾ ਤੇ ਇੱਥੇ ਮਰ ਜੀਏ, ਭਾਵੇਂ ਸਰਸਾ ਪਾਰ ਕਰਕੇ ਮਰ ਜੀਏ, ਉਹ ਨਹੀਂ ਕੋਈ ਗੱਲ, ਮਰ ਤੇ ਜਾਣਾ ਹੀ ਆ, ਪਰ ਕਿਤੇ ਅੰਮ੍ਰਿਤ ਵੇਲਾ ਖੁੰਝਾ ਕੇ ਨਾ ਮਰ ਜਾਈਏ। ਸਭ ਤੋਂ ਵੱਡੀ ਗੱਲ ਸੀ, ਸਿੱਖ ਦੇ ਅੰਦਰ ਸਿੱਖੀ ਉਦਣ ਪੈਦਾ ਹੋਊਗੀ ਜਿੱਦਣ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਲੱਗ ਪੈਣਗੇ। ਕਿਸੇ ਨੂੰ ਵੀ ਵੱਖਰਾ ਕੁਝ ਲੈਣ ਦੀ ਲੋੜ ਨਹੀਂ ਪੈਣੀ, ਸਭ ਕੁਝ ਸਾਡੀ ਝੋਲੀ ਵਿੱਚ ਸਾਡਾ ਬਾਪੂ ਪਾ ਕੇ ਗਿਆ ਵਾ। ਪਰ ਮਸਲਾ ਇਹਨਾਂ ਕਿਹਾ ਵੀ ਸਾਡੇ ਵਿੱਚ ਇੰਨੇ ਦੀਵਾਨ 'ਚ ਬੈਠੇ ਸਿੱਖ ਨੇ, ਕਿੰਨੇ ਜਾਣੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਨਿਤਨੇਮ ਕਰਦੇ। ਮਾਰੇ ਕਹਿੰਦੇ ਸੀ ਚਲੇ ਤੇ ਜਾਣਾ ਹੀ ਆ, ਸਰਸਾ ਪਾਰ ਕਰਕੇ ਵੀ ਸ਼ਹੀਦੀਆਂ ਹੀ ਪਾਉਣੀਆਂ ਨੇ ਸਾਰਿਆਂ ਨੇ, ਪਰ ਜੇ ਅੰਮ੍ਰਿਤ ਵੇਲਾ ਖੁੰਝ ਗਿਆ ਤੇ ਕੰਮ ਖਰਾਬ ਹੋਊਗਾ। ਇੱਥੇ ਬਹਿ ਜਾਓ। ਉੱਥੇ ਚੱਕਰਵਿਊਹ ਰਚਿਆ, ਪਿੱਠਾਂ ਨਾਲ ਪਿੱਠਾਂ ਜੋੜ ਕੇ ਸਿੱਖ ਸ਼ਸਤਰ ਲੈ ਕੇ ਖਲੋਗੇ। ਕਮਾਂਡ ਸਾਰੀ ਭਾਈ ਉਦੇ ਸਿੰਘ ਦੇ ਹੱਥ ਦਿੱਤੀ, ਜਿਨ੍ਹਾਂ ਲੋਹਗੜ੍ਹ ਦੇ ਕਿਲੇ ਵਿੱਚ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਸੀ। ਭਾਈ ਉਦੇ ਸਿੰਘ ਦੇ ਸਰੀਰ ਤੇ ਇੰਨੇ ਜ਼ਖਮ ਸੀ ਕਿ ਵਿਦਵਾਨ ਕਹਿੰਦੇ ਨੇ ਉਦੇ ਸਿੰਘ ਘਾਓ ਤੋਂ ਗਿਣੇ ਨਾ ਜਾਏ, ਇੰਨੇ ਤੀਰ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ। ਸਰਦਾਰ ਉਦੇ ਸਿੰਘ ਦੇ ਸਰੀਰ ਤੇ ਉਹਨੇ ਰੋਮ ਨਹੀਂ ਸੀ ਜਿੰਨੇ ਉਹਦੇ ਸਰੀਰ ਵਿੱਚ ਤੀਰ ਗੱਡੇ ਗਏ। ਫਿਰ ਉਹ ਸੂਰਮਾ ਸ਼ਹੀਦੀ ਪਾ ਗਿਆ। ਜਿਨ੍ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਦਿੱਲੀੋਂ ਲਿਆਂਦਾ ਸੀ, ਭਾਈ ਜੈਤਾ ਜੀ, ਅੰਮ੍ਰਿਤ ਛਕ ਕੇ ਸਰਦਾਰ ਜੀਵਨ ਸਿੰਘ ਜੀ ਉਹਨਾਂ ਦਾ ਨਾਂ, ਉਹ ਵੀ ਸਰਸਾ ਨਦੀ ਦੇ ਕਿਨਾਰੇ ਤੇ ਸ਼ਹੀਦੀਆਂ ਪਾ ਗਏ। ਅੰਮ੍ਰਿਤ ਵੇਲੇ ਤੱਕ ਕਿੰਨਾ ਸੂਰਮੇ ਜੁਰਤ ਨਾਲ ਲੜਦੇ ਸੀ। ਗੁਰੂ ਕਾ ਖਾਲਸਾ ਬਹਿ ਕੇ ਵਿਚਾਰ ਕਰਨ ਵਾਲੀ ਆ ਖੁੱਲਾ ਸਮਾਂ ਕਿਤੇ ਬਹਿ ਕੇ ਸੋਚਿਓ ਕਿ ਕਈ ਦਿਨਾਂ ਦੇ ਭੁੱਖੇ, ਕਈ ਦਿਨਾਂ ਦੇ ਅਨੀਂਦਰੇ, ਤੇ ਉਹਨਾਂ ਭੁੱਖਿਆਂ ਤੇ ਅਨੀਂਦਰਿਆਂ ਸਿੱਖਾਂ ਨੇ 10-12 ਲੱਖ ਫੌਜ ਨੂੰ ਡੱਕਾ ਡਾ ਕੇ ਉਹਨਾਂ 'ਚ ਰੱਖਿਆ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਸਾ ਦੀ ਵਾਰ ਦਾ ਅਖੀਰਲਾ ਛੱਕਾ ਵੀ ਪੜ੍ਹ ਨਹੀਂ ਦਿੱਤਾ। ਜਦੋਂ ਉਹ ਪੜ੍ਹ ਕੇ ਆਨੰਦ ਸਾਹਿਬ ਦੀਆਂ ਪੌੜੀਆਂ ਕਰਕੇ ਜਦੋਂ ਸ਼ਲੋਕ ਆਖਿਆ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਫਿਰ ਸਤਿਗੁਰਾਂ ਨੇ ਆਪ ਜਕਾਰਾ ਬੁਲਾ ਕੇ ਆਖਿਆ, ਕੀਰਤਨ ਦੀ ਸਮਾਪਤੀ ਆ ਪਈ। ਫਿਰ ਜੰਗ ਤੇ ਹੁੰਦਿਆਂ ਮਹਾਰਾਜ ਜੀ ਹੁਣ ਕੀ ਕਰਨਾ? ਸਭ ਕਹਿੰਦੇ ਸਰਸਾ ਪਾਰ ਕਰੋ। ਚੜਿਆ ਹੋਇਆ ਬਰਸਾਤ ਦੇ ਨਾਲੇ ਦਾ ਪਾਣੀ, ਸਰਸਾ ਦੇ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਅੱਖੀਂ ਰੁੜਦੇ ਹੋਏ ਵੇਖੇ। ਜੋਗੀ ਅੱਲਾ ਜਾਰ ਖਾਨ ਜੀ ਕਹਿੰਦੇ ਨੇ, ਗੁਰੂ ਕੇ ਪੁੱਤਰਾਂ ਨੂੰ ਇਹ ਬੜਾ ਮਲਾਲ ਸੀ, ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, वो सरसा में रुड़ते हुए प्यारे नजर आए, उस घड़ी बिगड़े हुए गुरु के दुलारे नजर आए, कहते थे इजाजत नहीं है हमें जंग की, वरना मिट्टी तक उड़ा देते दुश्मन के चमन की। बाबा जीत सिंह जी कहते ने पिता जी ने इजाजत नहीं दी जंग वास्ते, आंदे आ दरिया पार करो, जे ना हुक्म हुंदा ते इन्हां दुश्मनां दी मिट्टी तक उड़ा दिंदे असीं, पर हुक्म सी पार करो। पार हुंदियां माता गुजर कौर जी छोटे साहिबजादिਆਂ ਨਾਲ ਇੱਕ ਪਾਸੇ ਵਿਛੜ ਗਏ, ਮਾਤਾਵਾਂ ਭਾਈ ਮਨੀ ਸਿੰਘ ਜੀ ਦੇ ਨਾਲ ਇੱਕ ਪਾਸੇ ਵਿਛੜ ਕੇ ਦਿੱਲੀ ਵਾਲੇ ਪਾਸੇ ਨੂੰ ਚਲੀਆਂ ਗਈਆਂ। ਗੁਰੂ ਸਾਹਿਬ ਜੀ ਦੇ ਨਾਲ ਕੇਵਲ 40 ਸਿੰਘ, 2 ਵੱਡੇ ਸਾਹਿਬਜ਼ਾਦੇ ਤੇ 43ਵੇਂ ਆਪ ਸਰਸਾ ਪਾਰ ਹੋਏ। ਅੱਖਾਂ ਨਾਲ ਸਾਹਮਣੇ ਵੇਂਦੇ ਵੇਂਦੇ ਬਜ਼ੁਰਗ ਰੁੜ ਗਏ,
ਬੱਚੇ ਰੁੜ ਗਏ, ਬੀਬੀਆਂ ਰੁੜ ਗਈਆਂ। ਇੱਕ ਵਿਦਿਆ ਸਾਗਰ ਗ੍ਰੰਥ, ਵਿਦਿਆ ਸਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗ੍ਰੰਥ ਲਿਖਿਆ ਸੀ। 9 ਮਣ ਉਹਦਾ ਭਾਰ ਸੀ। ਜਿਸ ਸਿੱਖ ਨੇ ਆਪਣੇ ਸਿਰ ਤੇ ਉਹ ਸਜਾਇਆ ਹੋਇਆ ਸੀ, ਉਹ ਗ੍ਰੰਥ ਦੀ ਸੰਭਾਲ ਕਰਦਿਆਂ ਕਰਦਿਆਂ ਸਾਰਿਆਂ ਦੇ ਵਹਿੰਦਿਆਂ ਨਦੀ ਵਿੱਚ ਉਹ ਵੀ ਰੁੜ ਗਿਆ। ਬਹੁਤ ਨੁਕਸਾਨ ਸਰਸਾ ਨੇ ਕੀਤਾ। ਜਦੋਂ ਗੁਰੂ ਸਾਹਿਬ ਜੀ ਪਾਰ ਹੋਏ ਨੇ, ਫੌਜ ਰੁਕ ਗਈ, ਕਿਉਂਕਿ ਉਹ ਤਨਖਾਹੀਏ ਸੀ, ਉਹਨਾਂ ਵਿੱਚ ਪ੍ਰੇਮੀ ਕੋਈ ਵੀ ਨਹੀਂ ਸੀ। ਸਰਸਾ ਪਾਰ ਕਰਕੇ ਚਮਕੌਰ ਪਿੰਡ ਦੇ ਬਾਰ-ਬਾਰ ਬਾਗ ਵਿੱਚ ਗੁਰੂ ਸਾਹਿਬ ਜੀ ਉਤਾਰਾ ਕੀਤਾ। ਚਮਕੌਰ ਤੋਂ ਇੱਕ ਰਹਿਣ ਵਾਲਾ ਪਿਆਰਾ ਭਾਈ ਬੁੱਧੀ ਚੰਦ ਰਾਵਤ, ਉਹਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਬਾਗ ਵਿੱਚ ਕਿੱਦਾਂ ਟਿਕਾਣਾ ਕਰੋਗੇ? ਫੌਜ ਤੇ ਦਰਿਆ ਪਾਰ ਕਰ ਰਹੀ ਹੈ, ਇੱਥੇ ਕਿੱਦਾਂ ਯੁੱਧ ਕਰੋਗੇ? ਮੇਰੀ ਹਵੇਲੀ ਵਿੱਚ ਆਓ। ਪਰ ਮਹਾਰਾਜ ਹੈ ਹਵੇਲੀ ਕੱਚੀ ਹੈ। ਗੁਰੂ ਗੋਬਿੰਦ ਸਿੰਘ ਜੀ ਆਂਦੇ ਨੇ, ਬੁੱਧੀ ਚੰਦ ਜੀ ਅੱਗੇ ਵੀ ਕਈ ਵਾਰੀ ਮੇਰਾ ਕੱਚਿਆਂ ਨਾਲ ਵਾਹ ਪਿਆ, ਪਰ ਮੈਂ ਕੱਚਿਆਂ ਨੂੰ ਪੱਕਿਆਂ ਵਾਂਗ ਨਿਭਾਉਣਾ ਜਾਣਦਾ। ਮਹਾਰਾਜ ਕਹਿੰਦੇ ਨੇ ਤੂੰ ਫਿਕਰ ਨਾ ਕਰੋ। ਚਮਕੌਰ ਦੀ ਗੜੀ ਅੰਦਰ ਗਏ, ਆਪਣੀ ਕਮਰ ਕੱਸੇ ਚੋਂ ਕਟਾਰ ਕੱਢ ਕੇ ਗੁਰੂ ਸਾਹਿਬ ਜੀ ਨੇ ਮਿੱਟੀ ਲਾ ਕੇ ਨਾ ਕੱਚੀ ਕੰਧ ਨਾਲੋਂ ਹੱਥ ਦੀ ਤਲੀ ਤੇ ਮਲ ਕੇ ਫਿਰ ਉਹਨੂੰ ਫੂਕ ਮਾਰ ਕੇ ਉਡਾਇਆ। ਪਿਆਰੇ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਜੀ ਇਹ ਕੀ? ਮਹਾਰਾਜ ਕਹਿੰਦੇ ਦਇਆ ਸਿੰਘ ਜੀ ਤੁਸੀਂ ਇਹ ਨਾ ਮਹਿਸੂਸ ਕਰਿਓ ਵੀ ਅਸੀਂ ਕੱਚੀ ਹਵੇਲੀ ਵਿੱਚ ਖਲੋਤੇ ਹੋਏ, ਜਾਂ ਅਸੀਂ ਬੰਦੇ ਥੋੜੇ ਆ, ਜਾਂ ਉਧਰ 10 ਲੱਖ ਬੰਦਾ ਆ ਗਿਆ। ਸਭ ਕਹਿੰਦੇ ਨੇ ਜਿੰਨਾ ਚਿਰ ਹਵੇਲੀ ਵਿੱਚ ਮੈਂ ਇੱਥੇ ਖਲੋਤਾ ਹੋਇਆ ਨਾ, ਕਿਸੇ ਸੂਰਮੇ ਦੀ ਜੁਰਤ ਨਹੀਂ ਵੀ ਕੰਧ ਟੱਪ ਕੇ ਹਵੇਲੀ ਵਿੱਚ ਆ ਜੇ। ਕੰਧ ਟੱਪਣੀ ਤੇ ਦੂਰ, ਜੇ ਕੋਈ ਕੰਧ ਦੇ ਲਾਗੇ ਵੀ ਆ ਗਿਆ ਤੇ ਉਹਨੂੰ ਮੈਂ ਏਦਾਂ ਉਡਾ ਦਿਆਂਗਾ ਜਿੱਦਾਂ ਕੱਚੀ ਮਿੱਟੀ ਉਡਾ ਦਿੱਤੀ। ਭਾਈ ਦਇਆ ਸਿੰਘ ਨੇ ਆਖਿਆ, ਸਤਿਗੁਰੂ ਜੀ ਤੁਹਾਡੇ ਹੁੰਦਿਆਂ ਸਾਨੂੰ ਇਹਨਾਂ ਦੀ ਕੀ ਪਰਵਾਹ ਆ? ਤੁਹਾਡਾ ਆਪਣਾ ਬਚਨ ਆ, ਜਾਮ ਗੁਰੂ ਹੋਏ ਵੱਲ ਧਨਹਿ ਕਿਆ ਗਾਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਲੱਖਾਂ ਬਾਹਾਂ ਚੜ ਕੇ ਵੀ ਆ ਜਾਣ ਬਾਦਸ਼ਾਹ, ਜਦੋਂ ਤੁਸੀਂ ਵਿੱਚ ਜੇ ਤੇ ਇਹਨਾਂ ਦੀ ਕਾਹਦੀ ਜ਼ਰੂਰਤ ਪਈ ਹੋਈ। ਸਲਾਹਾਂ ਕਰਦਿਆਂ ਸ਼ਾਮ ਪੈ ਗਈ, ਬਹਿ ਕੇ ਰਹਿ ਰਾਸਤਾ ਪਾਠ ਕੀਤਾ। ਕੁਝ ਸਿੱਖ ਮਹਾਰਾਜ ਨੂੰ ਆਰਾਮ ਕਰਾਉਣ ਵਾਸਤੇ ਵਿਚਾਰਾਂ ਕਰ ਰਹੇ। ਮਹਾਰਾਜ ਕਹਿੰਦੇ ਨਹੀਂ, ਆਰਾਮ ਮੈਂ ਨਹੀਂ ਕਰਾਂਗਾ, ਪੁੱਤਰੋ ਤੁਸੀਂ ਕੱਲ ਨੂੰ ਬੜੇ ਵੱਡੇ ਕੰਮ ਕਰਨੇ। ਅੱਜ ਆਰਾਮ ਤੁਸੀਂ ਕਰੋ ਤੇ ਪਹਿਰਾ ਤੁਹਾਡਾ ਗੁਰੂ ਕਰੇਗਾ। ਗੁਰੂ ਸਾਹਿਬ ਜੀ ਹੱਥ ਵਿੱਚ ਬਰਸ਼ੀ ਫੜ ਲਈ। ਗੁਰੂ ਕੇ ਸਿੱਖਾਂ ਨੇ ਕੀ ਕੀਤਾ? ਆਰਾਮ ਕਾਹਦਾ ਕਰਨਾ ਸੀ? ਮੈਂ ਹੁਣ ਆਪਣੀ ਚੰਗੀ ਭਲੀ ਗੱਡੀ ਵਿੱਚ ਜੋ ਤੁਹਾਂ ਬਖਸ਼ੀ ਆ ਉਹਦੇ ਤੇ ਆਇਆ ਵਾਂ। ਹੀਟਰ ਲੱਗਾ ਹੋਇਆ ਸੀ, ਕੇਵਲ ਧੂੜ ਹੀ ਸੀ ਬਾਹਰ, ਤੇ ਪਰੇਸ਼ਾਨੀ ਹੁੰਦੀ ਆ ਵੀ ਇੱਧਰ ਕਿੱਧਰ ਜਾਈਏ, ਇੱਧਰ ਕਿੱਧਰ ਜਾਈਏ। ਧੰਨ ਉਹ ਗੁਰੂ ਕੇ ਸਿੱਖ ਬਰਫ਼ ਵਰਗਾ ਪਾਣੀ ਲੰਘ ਕੇ ਆਏ ਨੇ, ਤੇ ਗਿੱਲੇ ਕਸ਼ਹਿਰੇ ਤੇ ਗਿੱਲੇ ਚੋਲੇ, ਹੋਰ ਕੋਲ ਕੁਛ ਨਹੀਂ ਸੀ ਉਹਨਾਂ ਦੇ। ਕੱਪੜੇ ਬਦਲ ਨੂੰ ਕੋਈ ਕੱਪੜਾ ਨਹੀਂ ਸੀ। ਮਹਾਰਾਜ ਕਹਿੰਦੇ ਆਰਾਮ ਕਰੋ। ਤੇ ਆਰਾਮ ਕਾਹਦੇ ਨਾਲ ਕੀਤਾ? ਘੋੜਿਆਂ ਦੀਆਂ ਕਾਠੀਆਂ ਦੇ ਥੱਲੇ ਜਿਹੜਾ ਕੱਪੜਾ ਵਿਛਾਇਆ ਹੁੰਦਾ ਉਹਨੂੰ ਜੀਨ ਕਹਿੰਦੇ ਆ। ਜੋਗੀ ਅੱਲਾ ਜਾਰ ਖਾਨ ਜੀ ਕਹਿੰਦੇ ਆ, ਕੁਛ ਲੇਟ ਗਏ ਜ਼ਮੀਨ ਪਰ ਜੀ ਪੋਸ਼ ਵਿਛਾ ਕਰ। ਕੱਪੜਾ ਤੇ ਕੋਈ ਵੀ ਨਹੀਂ ਸੀ, ਕਾਠੀਆਂ ਥੱਲਿਓਂ ਕੱਢਿਆ ਤੇ ਕਮਰ ਕੱਸੇ ਖੋਲ ਕੇ ਤੇ ਉੱਤੇ ਲੈ ਲਏ। ਤੇ ਕਈ ਦਿਨਾਂ ਦੇ ਉਨੀਂਦਰੇ ਸੀ, ਨੀਂਦ ਸੂਲਾਂ ਤੇ ਵੀ ਆ ਜਾਂਦੀ ਆ। ਵੱਡਿਆਂ ਫਟਿਆਂ ਗੁਰੂ ਕੇ ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਦੇ ਸਰਾਣੇ ਬਣਾਇਆ ਤੇ ਪੁੰਜੇ ਸੌਂ ਗਏ। ਕੁਛ ਲੇਟ ਗਏ ਜ਼ਮੀਨ पर जी पोश बिछाकर, कुछ पहरा देने लगे हैं हाथ में तलवार को उठाकर। देखा तो गोविंद भी सब बास हुए हैं खेमे के जाकर, तो देखा तो बैठे हैं गर्दन को झुकाकर। सिर नीवा करके महाराज एक पासे बैठे होए। सिर नीवा किसी अफसोस वजों नहीं। की हो रहा? वाहेगुरु वाहेगुरु मुंह से था निकलता, तू ही तू ही तू ही तू ही मुंह से था निकलता। करतार को कहते थे गोया रूबरू होकर, कर जाऊंगा चमकौर से मैं सुरखरू होकर। महाराज अकाल पुरख जी नूं कह रहे सी कि मैं पुत लैके 4 तुरिया सां, 2 मेरे कोल रह गए ने, 2 विछड़ गए ने। कल नूं मैं ये दोवें पुत इस देश दा भला करन वास्ते मैं वार देंगा, ते 2 तुहाडे कोलों दातां लिआंदियां सी, मैं तुहानूं भेटा करके ते सुरखरू होके जावांगा। ये विचारां करदियां करदियां दिन चढ़ गया। अमृत वेला होया। दया सिंह जी उठो, नितनेम करो। इशनान नहीं होना किसी कोलों। तुहाडा इशनान अज बाणी नाल होवेगा, पानी नाल नहीं। उदां ही चौंकड़े मार के बैठ गए। आसा दी वार बिना साजां तो पढ़ लो। सतबचन जी
ਆਸਾ ਦੀ ਵਾਰ ਵੀ ਹੋ ਗਈ, ਨਿਤਨੇਮ ਵੀ ਹੋ ਗਿਆ। ਸੂਰਜ ਦੀ ਟਿੱਕੀ ਚੜ੍ਹਦੀ ਸੀ, ਇੱਕ ਏਲਚੀ ਆਇਆ ਦੂਤ, ਉਹਨੇ ਆ ਕੇ ਆਖਿਆ, ਦਰਵਾਜ਼ਾ ਖੋਲ ਦਿੱਤਾ ਗੜੀ ਦਾ ਵੀ ਦੂਤ ਆਇਆ, ਇਹਦੀ ਗੱਲ ਸੁਣ ਲਓ। ਉਹਨੇ ਉਹਨਾਂ ਦੀ ਘੜੀ ਕਢਾਈ ਬੋਲੀ ਆਣ ਕੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਆਖਿਆ, ਜੀ ਮੈਂ ਇਹ ਸੁਨੇਹਾ ਲੈ ਕੇ ਆਇਆ ਵਾਂ, ਜੇ ਸਿੱਖਾਂ ਦਾ ਗੁਰੂ ਆਪਣੇ ਪੁੱਤਰਾਂ ਤੇ ਸਿੱਖਾਂ ਸਮੇਤ ਬਾਹਾਂ ਖੜੀਆਂ ਕਰਕੇ ਗੜੀ ਤੋਂ ਬਾਹਰ ਆ ਜੇ ਤੇ ਉਹਦੀ ਜਾਨ ਬਖਸ਼ ਦੇਾਂਗੇ। ਜਦੋਂ ਇਹ ਗੱਲ ਕਹੀ, ਸਾਹਿਬਜ਼ਾਦਾ ਅਜੀਤ ਸਿੰਘ ਨੇ ਧੂ ਕੇ ਕਿਰਪਾਨ ਉਹਦੀ ਗਰਦਨ ਤੇ ਰੱਖ ਕੇ ਆਖਿਆ, ਓਏ ਗੱਲ ਸੁਣ, ਤੂੰ ਖਲੋਤਾ ਹੋਇਆ ਸਾਡੇ ਘਰ ਵਿੱਚ, ਜੇ ਕਿਤੇ ਜੰਗ ਦੇ ਮੈਦਾਨ ਵਿੱਚ ਇਹਦੀ ਗੱਲ ਕਰ ਦੋ ਤੇ ਗੱਲ ਤੇਰੇ ਮੂੰਹ ਵਿੱਚ ਹੀ ਰਹਿਣੀ ਸੀ ਤੇ ਸਿਰ ਤੇਰਾ ਥੱਲੇ ਪਿਆ ਹੋਣਾ ਸੀ। ਤੂੰ ਸਾਡੇ ਘਰ ਆਇਆ ਤਾਂ ਬਚ ਗਿਆ, ਕੋਈ ਸੁਲਾ ਨਹੀਂ। ਤੁਸੀਂ ਆਪਣੇ ਧਾਰਮਿਕ ਗ੍ਰੰਥਾਂ ਦੀਆਂ ਸਹੁੰਆਂ ਖਾ ਕੇ ਮੁੱਕਰ ਗਏ। ਬੇਈਮਾਨਾਂ ਦੇ ਨਾਲ ਰਾਜੀਨਾਮੇ ਨਹੀਂ ਹੁੰਦੇ, ਫੈਸਲੇ ਕੀਤੇ ਜਾਂਦੇ ਨੇ ਤੇ ਫੈਸਲਾ ਮੈਦਾਨ ਵਿੱਚ ਹੋਏਗਾ। ਉਹ ਦੋਹਰੀ ਨੀਤੀ ਸੀ, ਨਾ ਮੰਨਣਗੇ ਤੇ ਪਤਾ ਕਰਿਓ ਵੀ ਅੰਦਰ ਕਿੰਨੇ ਕੁ ਜਾਣੇ ਆ। ਉਹਨੇ ਜਾ ਕੇ ਦੱਸਿਆ ਵੀ 35 40 45 ਜਾਣੇ ਆ, ਬਹੁਤੇ ਨਹੀਂ ਗਏ। ਖੁਸ਼ੀਆਂ ਮਨਾਈਆਂ ਗਈਆਂ ਭਈ ਇਹ ਕੱਚੀ ਕੰਧ 10 ਲੱਖ ਬੰਦੇ ਨੇ ਤੇ ਮੁੱਕੀਆਂ ਮਾਰ ਮਾਰ ਕੇ ਹਵੇਲੀ ਢਾ ਦੇਣੀ। ਤੇ ਇੱਕ ਫਿਕਰ ਪੈ ਗਿਆ ਸਾਰਿਆਂ ਜਰਨੈਲਾਂ ਨੂੰ, ਕਿਤੇ ਫਲਾਣਾ ਬੰਦਾ ਨਾ ਗੁਰੂ ਗੋਬਿੰਦ ਸਿੰਘ ਨੂੰ ਪਹਿਲੋਂ ਫੜ ਲੇ, ਫਲਾਣਾ ਬੰਦਾ ਨਾ ਫੜ ਲੇ। ਆਪੋ ਆਪਣੇ ਬੰਦੇ ਲੈ ਕੇ ਜਰਨੈਲ ਦੌੜੇ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਸਭ ਤੋਂ ਪਹਿਲੋਂ ਨਾਰ ਖਾਨ ਨੇ ਕੰਧ ਨੂੰ ਪੌੜੀ ਲਾ ਕੇ ਤੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਮਾਰੇ ਕਹਿੰਦੇ ਨੇ, ਨਾਰ ਖਾਨ ਸੋਚਦਾ ਸੀ ਵੀ ਥੱਲੇ ਬੈਠੇ ਹੋਣੇ ਆ, ਪਰ ਮੇਰਾ ਤੇ ਤੀਰ ਕਮਾਨ ਦੇ ਉੱਤੇ ਚੜਿਆ ਹੋਇਆ ਸੀ। ਨਾਰ ਖਾਨ ਨੇ ਜਦੋਂ ਕੰਧ ਦੇ ਉੱਪਰੋਂ ਦੀ ਸਿਰ ਚੁੱਕਿਆ, ਮਾਰੇ ਨੇ ਤੀਰ ਉਹਦੇ ਮੱਥੇ ਵਿੱਚੋਂ ਦੀ ਆਰ ਪਾਰ ਕੀਤੀ। ਪਹਿਲਾ ਜਰਨੈਲ ਮਾਰਿਆ, ਸਿਪਾਹੀ ਨਹੀਂ। ਮਾਰੇ ਕਹਿੰਦੇ ਬੋਹਣੀ ਵਧੀਆ ਹੋ ਗਈ, ਸਵੇਰੇ ਸਵੇਰੇ ਜਰਨੈਲ ਮਾਰਿਆ ਹੈ ਨਾਰ ਖਾਨ ਦਾ। ਦੂਜਾ ਉਹ ਪਿਛਲੇ ਪਾਸਿਓਂ ਦੀ ਕੰਧ ਦੇ ਉੱਤੇ ਚੜਿਆ, ਉਹ ਵੀ ਜਰਨੈਲ ਸੀ। ਗੁਰੂ ਸਾਹਿਬ ਨੇ ਗੁਰਜ ਮਾਰ ਕੇ ਉਹਦਾ ਸਿਰ ਏਦਾਂ ਫੇਂ ਦਿੱਤਾ ਜਿੱਦਾਂ ਹਦਵਾਣੇ ਦੇ ਉੱਤੇ ਡਾਂਗ ਮਾਰ ਕੇ ਖਖਰੀ ਖਖਰੀ ਕਰ ਦਿੱਤੀ। ਤੀਜਾ ਸੀ ਖਵਾਜਾ ਮਹਿਬੂਬ, ਉਹਦਾ ਨਾਂ ਸੀ, ਪਰ ਜਫਰਨਾਮੇ ਵਿੱਚ ਮਹਾਰਾਜ ਨੇ ਖਵਾਜਾ ਮਰਦੂਦ ਲਿਖਿਆ। ਮਰਦੂਦ ਦਾ ਮਤਲਬ ਹੁੰਦਾ ਕਾਇਰ। ਮਹਾਰਾਜ ਔਰੰਗਜ਼ੇਬ ਨੂੰ ਲਿਖਦੇ ਆ, ਬੜੇ ਬੜੇ ਤੇਰੇ ਜਰਨੈਲ ਆਏ ਸੀ, ਪਰ ਜਦੋਂ ਦੋ ਡਿੱਗੇ ਨਾ ਚਮਕੌਰ ਦੀ ਗੜੀ ਤੋਂ, ਜਿਹੜਾ ਤੀਜਾ ਸੀ ਖਵਾਜਾ ਮਰਦੂਦ, ਉਹਨੇ ਆਪਣੇ ਦੋ ਜਰਨੈਲ ਜਦੋਂ ਡਿੱਗਦੇ ਵੇਖੇ ਤੇ ਮਹਾਰਾਜ ਕਹਿੰਦੇ ਨੇ, ਚਮਕੌਰ ਦੀ ਗੜੀ ਜਿਹੜੀ ਕੰਧ ਸੀ ਨਾ ਕੱਚੀ, ਉਹਦੇ ਨਾਲ ਲੰਮੇ ਪੈ ਪੈ ਕੇ ਨਿਕਲ ਗਿਆ। ਜੇ ਕਿਤੇ ਉਹ ਸਿਰ ਚੁੱਕਦਾ ਤੇ ਮੈਂ ਤੀਰ ਉਹਦੇ ਵਾਸਤੇ ਵੀ ਕਮਾਨ ਤੇ ਚੜਾਇਆ ਹੋਇਆ ਸੀ। ਇੰਨੀ ਫੁਰਤੀ ਸੀ ਗੁਰੂ ਸਾਹਿਬ ਦੀ, ਕਿਸੇ ਨੂੰ ਸਿਰ ਨਹੀਂ ਚੁੱਕਣ ਦਿੱਤਾ। ਉਹਨੇ ਜਾ ਕੇ ਦੱਸਿਆ, ਓਏ ਤੁਹਾਨੂੰ ਭੁਲੇਖਾ ਹੀ ਆ ਵੀ ਹੱਥੋਂ ਹੱਥੀ ਫੜ ਲਾਂਗੇ, ਗੁਰੂ ਗੋਬਿੰਦ ਸਿੰਘ ਨਹੀਂ ਜੇ ਇਦਾਂ ਫੜੇ ਜਾਣੇ। ਫਿਰ ਹਮਲਾ ਹੋਇਆ। ਹਮਲਾ ਜਿਸ ਵੇਲੇ ਹੋਇਆ, ਜਾ ਅਲੀ ਤੇ ਹਰ ਹਰ ਮਹਾਦੇਵ ਦੇ ਜਕਾਰੇ ਬੂਝੇ। ਅੰਦਰ ਜਿਹੜੇ 42 43 ਜਾਣੇ ਨੇ, ਸਭ ਤੋਂ ਪਹਿਲੋਂ 5 ਪਿਆਰਿਆਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਜੀ ਹੱਥ ਜੋੜ ਕੇ ਆਏ। ਮਹਾਰਾਜ, ਦੁਸ਼ਮਣ ਕੰਧਾਂ ਟੱਪ ਕੇ ਆਵੇ ਤੇ ਅਸੀਂ ਬਚਦੇ ਬਚਾਉਂਦੇ ਹੀ ਮਾਰੇ ਜਾਈਏ ਤੇ ਉਹ ਕਾਦੀ ਬਹਾਦਰੀ ਹੋਈ? ਤੁਸੀਂ ਕਿਰਪਾ ਕਰਕੇ ਮੈਨੂੰ ਆਗਿਆ ਦਿਓ। ਮਹਾਰਾਜ ਨੇ ਪਿਆਰੇ ਮੋਹਕਮ ਸਿੰਘ ਜੀ ਦੇ ਨਾਲ 5 ਸਿੰਘ ਤੋਰੇ। 6 ਸਿੰਘ ਨਿਕਲਦੇ ਨੇ ਗੜੀ ਵਿੱਚੋਂ। ਅਗਲੇ ਪਾਸੇ 10 ਲੱਖ ਆ ਜੋ ਗੁਰੂ ਸਾਹਿਬ ਨੇ ਆਪਣੀ ਕਲਮ ਨਾਲ ਲਿਖਿਆ ਹੋਇਆ, ਔਰ 10 ਲੱਖ ਨੂੰ ਡਿਵਾਈਡ ਕਰ ਦੋ ਤੇ 6 ਬੰਦਿਆਂ ਦੇ ਵਿੱਚ ਇੱਕ ਇੱਕ ਬੰਦੇ ਨੂੰ ਆਇਆ 1.25 ਲੱਖ। ਇਹ ਉਹ ਬੋਲ ਜੋ ਰਵਾਲਸਰ ਪਹਾੜੀ ਰਾਜਿਆਂ ਨਾਲ ਮੀਟਿੰਗ ਕਰਦੇ ਆ, ਉਹਨਾਂ ਨੇ ਕਿਹਾ ਸੀ ਨਾ ਵੀ ਅਸੀਂ ਤੁਹਾਡਾ ਸਾਥ ਤਾਂ ਦੇਵਾਂਗੇ ਜੇ ਨਿੱਕੀਆਂ ਜਾਤਾਂ ਵਾਲਿਆਂ ਨੂੰ ਆਪਣੇ ਘਰੋਂ ਬਾਹਰ ਕੱਢ ਦਿਓ। ਰਾਜਪੂਤਾਂ ਤੋਂ ਬਿਨਾਂ ਤੁਹਾਡੇ ਕੋਲੋਂ ਲੜਾਈਆਂ ਨਹੀਂ ਲੜੀਆਂ ਜਾਣੀਆਂ, ਰਾਜਿਆਂ ਦੇ ਕੰਮ ਨੇ ਲੜਾਈਆਂ ਲੜਦੀਆਂ। ਸਾਡੇ ਤੇ ਤੁਹਾਡੇ ਤੇ ਮਾਨ ਕਰਦੇ ਆ। ਮੇਰੇ ਬਾਪੂ ਨੇ ਆਖਿਆ ਸੀ, ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇਹਨਾਂ ਨੂੰ ਬਾਦਸ਼ਾਹ ਬਣਾ ਦਾਂਗਾ ਤੇ ਇਹ ਯਾਦ ਕਰਨਗੇ ਵੀ ਗੁਰੂ ਗੋਬਿੰਦ ਸਿੰਘ ਨਾਂ ਦਾ ਕੋਈ ਗੁਰੂ ਦੁਨੀਆ ਤੇ ਆਇਆ ਸੀ। ਔਰ ਮਾਰੇ ਕਹਿੰਦੇ ਨੇ, ਇਨਹੀ ਤੇ ਰਾਜੇ ਉਪਜਾਊ, ਰਾਜ ਕਰਨ ਕੀ ਰੀਤ ਚਲਾਊ, 1.25 ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਰਾਜਿਆਂ ਨੂੰ ਆਖਿਆ, ਤੁਹਾਡੇ ਸਾਹਮਣੇ ਇੱਕ ਇੱਕ ਬੰਦੇ ਨੂੰ 1.25 ਲੱਖ ਦੇ ਨਾਲ ਨਾ ਲੜਾ ਦਿਆਂ ਤਾਂ ਮੈਨੂੰ ਗੋਬਿੰਦ ਸਿੰਘ ਨਾ ਆਖਿਓ। ਅੱਜ ਉਹ ਹੀ ਰਾਜੇ ਵੇਂਦੇ ਸੀ, 6 ਬੰਦੇ 10 ਲੱਖ ਦੇ ਉੱਤੇ ਟੁੱਟ ਕੇ ਪਏ। ਇਹ ਪਿਆ ਕੀ ਆ? ਜੁਰਤ ਪਈ ਆ, ਹਿੰਮਤ ਪਈ ਆ। ਨਹੀਂ ਤੇ 6 ਬੰਦਿਆਂ ਨੇ ਕਿੰਨਾ ਕੁ ਲੜ ਲੈਣਾ ਸੀ, ਪਰ ਉਹ ਲੜੇ। ਤੁਸੀਂ ਅੰਦਾਜ਼ਾ ਲਾਓਗੇ
35 ਜਾਣੇ 10 ਲੱਖ ਬੰਦਿਆਂ ਨਾਲ ਲੜੇ ਆ ਤੇ ਸ਼ਾਮਾਂ ਪਾ ਦਿੱਤੀਆਂ ਨੇ। ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨੀ ਲੜਾਈ ਘਮਸਾਨ ਦੀ ਹੋਈ ਹੋਊਗੀ। 6 ਬੰਦੇ ਛੇਤੀ ਨਹੀਂ ਘੋੜਿਆਂ ਤੋਂ ਡਿੱਗੇ। ਜੇ ਛੇਤੀ ਘੋੜਿਆਂ ਤੋਂ ਡਿੱਗ ਪੈਂਦੇ ਤੇ ਲੜਾਈ ਸ਼ਾਮਾਂ ਨਹੀਂ ਸੀ ਪੈਣੀ, 1 ਘੰਟੇ ਦੇ ਵਿੱਚ ਹੀ ਚਮਕੌਰ ਦੀ ਗੜੀ ਫਤਿਹ ਹੋ ਜਾਣੀ ਸੀ। ਪਰ ਉੱਥੇ ਤੇ ਸ਼ਾਮਾਂ ਪੈ ਗਈਆਂ। ਪਹਿਲੋਂ ਭਾਈ ਮੋਹਕਮ ਸਿੰਘ ਜੀ ਦੇ ਨਾਲ 5 ਸਿੰਘ ਗਏ, ਲੜਦੇ ਲੜਦੇ ਅਨੇਕਾਂ ਨੂੰ ਮਾਰਦੇ ਸ਼ਹੀਦ ਹੋ ਗਏ। ਫਿਰ ਭਾਈ ਸਾਹਿਬ ਸਿੰਘ ਜੀ 5 ਪਿਆਰਿਆਂ ਚੋਂ, ਉਹਨਾਂ ਨਾਲ ਵੀ 5 ਸਿੰਘ ਤੋਰੇ, ਉਹ ਵੀ ਕਈਆਂ ਨੂੰ ਮਾਰਦੇ ਹੋਏ ਸ਼ਹੀਦ ਹੋ ਗਏ। ਫਿਰ ਪਿਆਰੇ ਹਿੰਮਤ ਸਿੰਘ ਜੀ ਗਏ, ਉਹ ਵੀ ਕਈਆਂ ਨੂੰ ਮਾਰਦੇ 5 ਸਿੰਘ ਨਾਲ ਸੀ, ਸ਼ਹੀਦ ਹੋ ਗਏ। ਜਦੋਂ 15 ਸਿੰਘ ਤੇ 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਸ਼ਹੀਦ ਹੋ ਗਏ ਨਾ, 18 ਸਿੰਘ ਸ਼ਹੀਦ ਹੋ ਗਏ ਨੇ 43 ਜਾਣਿਆਂ ਦੇ ਵਿੱਚ। ਤੇ ਗੁਰੂ ਕਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਹਿੰਦੇ ਨੇ, ਪਿਤਾ ਜੀ ਜੇ ਇਹ ਸਿੰਘ ਸ਼ਹੀਦ ਹੋ ਗਏ ਤੇ ਅਸੀਂ ਬਚ ਗਏ ਤੇ ਇਤਿਹਾਸ ਸਾਡਾ ਉਲਟ ਹੋ ਜਾਏਗਾ। ਕਿਰਪਾ ਕਰਕੇ ਹੁਣ ਮੈਨੂੰ ਆਗਿਆ ਦਿਓ, ਮੈਂ ਮੈਦਾਨ ਵਿੱਚ ਜਾਵਾਂ। ਮਹਾਰਾਜ ਕਹਿੰਦੇ, ਸ਼ਾਬਾਸ਼ ਅਜੀਤ ਸਿਆਂ, ਜੇ ਮੈਂ ਤੈਨੂੰ ਕਹਿੰਦਾ ਤੇ ਤਾਂ ਵੀ ਗੱਲ ਨਹੀਂ ਸੀ ਫੱਬਣੀ, ਤੈਨੂੰ ਹੀ ਚਾਹੀਦਾ ਸੀ ਆਪਣੇ ਆਪ। ਆ ਮੈਂ ਤੇਰਾ ਸ਼ਿੰਗਾਰ ਕਰਾਂ। 18 ਸਾਲ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੱਡਾ ਪੁੱਤ, ਛੋਟਾ ਛੋਟਾ ਅਜੇ ਦਾੜਾ ਆ ਹੀ ਰਿਹਾ ਸੀ। 18 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ? ਥੋੜਾ ਥੋੜਾ ਦਾੜਾ ਸੀ ਸਾਹਿਬਜ਼ਾਦਾ ਅਜੀਤ ਸਿੰਘ ਦਾ। ਪਰ ਜੇ ਕਿਸੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਫੁਰਤੀ ਵੇਖਣੀ ਆ, ਉਹਨਾਂ ਦੇ ਖੰਡੇ ਦੀ ਤਾਕਤ ਵੇਖਣੀ ਆ, ਤੇ ਜੀਂਦੇ ਜੀ ਮਿਸਾਲ ਦਰਸ਼ਨ ਕਰ ਸਕਦੇ ਜੇ ਮਹਿਲਪੁਰ ਗੁਰਦੁਆਰਾ ਸ਼ਹੀਦਾਂ ਜਾ ਕੇ, ਜਿੱਥੇ ਇੱਕ ਬ੍ਰਾਹਮਣ ਦੀ ਘਰ ਵਾਲੀ ਬਾਬਾ ਅਜੀਤ ਸਿੰਘ ਜੀ ਨੇ ਛਡਾ ਕੇ ਖੜੀ ਸੀ। ਕਮਾਂਡ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਦੋਂ ਦਿੱਤੀ ਸੀ। ਉਸ ਹਾਕਮ ਨੂੰ ਏਡੇ ਜ਼ੋਰ ਨਾਲ ਖੰਡਾ ਮਾਰਿਆ, ਉਹਦਾ ਸਿਰ ਲਾ ਕੇ ਤੇ ਖੰਡਾ ਮੁੜ ਕੇ ਪੱਥਰ ਤੇ ਵੱਜਾ ਤੇ ਪੱਥਰ ਦੇ ਵਿੱਚ ਲੰਘ ਗਿਆ ਸੀ ਖੰਡਾ, ਤੇ ਅੱਜ ਤੱਕ ਕੱਟ ਲੱਗਾ ਹੋਇਆ ਉੱਥੇ। ਇੰਨੀ ਜਾਨ ਸੀ, ਇੰਨੀ ਤਾਕਤ, ਕਿਉਂਕਿ ਉਹ ਮਨੁੱਖਾਂ ਵਾਲੀ ਖੇਡ ਨਹੀਂ ਸੀ, ਉਹ ਦਰਗਾਹੀ ਤਾਕਤਾਂ ਸੀ। ਦਰਗਾਹੀ ਤਾਕਤਾਂ ਸੀ ਤਾਂ ਹੀ, ਨਹੀਂ ਤੇ ਅਸੀਂ ਝੱਟ ਡਰ ਜਾਂਦੇ ਹਾਂ, ਝੱਟ ਸਾਡੇ ਹੌਸਲੇ ਘਬਰਾ ਜਾਂਦੇ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤਿਆਰ ਕੀਤਾ ਬਾਪੂ ਨੇ। ਦਇਆ ਸਿੰਘ ਜੀ, ਮੇਰਾ ਤੀਰਾਂ ਦਾ ਭੱਥਾ ਭਰ ਕੇ ਉੱਪਰ ਰੱਖੋ। ਮਹਾਰਾਜ ਕਹਿੰਦੇ ਨੇ, ਜੇ ਕਿਤੇ ਮੈਂ ਅਨੰਦਪੁਰ ਸਾਹਿਬ ਤੋਂ ਆਪਣੇ ਪੁੱਤ ਨੂੰ ਘੋੜੀ ਚੜਾਉਂਦਾ, ਵਿਆਹਣ ਵਾਸਤੇ ਜਾਂਦਾ, ਸ਼ਾਇਦ ਦੁਨੀਆਦਾਰੇ ਬਾਪੂਆਂ ਵਾਂਗੂ ਮੈਂ ਵੀ ਰੁਪਈਏ ਵਾਰਦਾ, ਪਰ ਅੱਜ ਇਹ ਮੌਤ ਵਿਆਹਣ ਚੱਲਿਆ, ਰੁਪਈਏ ਵਾਰਨ ਦਾ ਟਾਈਮ ਨਹੀਂ। ਮੇਰਾ ਪੁੱਤ ਜਾਵੇ ਮੈਦਾਨ ਵਿੱਚ, ਮੈਂ ਤੀਰਾਂ ਦੀ ਵਰਖਾ ਕਰਾਂਗਾ ਉੱਤੋਂ, ਇਹਨੂੰ ਕਿਤੇ ਕੋਈ ਗਲੀ ਦੇ ਲਾਗੇ ਹੀ ਨਾ ਢਾ ਲਵੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਲ 5 ਸਿੰਘ ਗਏ, ਗੜੀ ਦਾ ਦਰਵਾਜ਼ਾ ਖੁੱਲਿਆ, ਉਧਰੋਂ ਰੌਲਾ ਪੈ ਗਿਆ, ਗੁਰੂ ਕਾ ਵੱਡਾ ਪੁੱਤ ਆਇਆ ਜੇ, ਬਚ ਕੇ ਨਾ ਜਾਵੇ। ਜਿੰਨੀਆਂ ਪਾਲਾਂ ਮੋਹਰੇ ਆਉਂਦੀਆਂ ਸੀ, ਉਹ ਗੁਰੂ ਸਾਹਿਬ ਨੇ ਉੱਥੇ ਹੀ ਪਰਾਂ ਵਿਛਾ ਦਿੱਤੀਆਂ। ਜੰਗ ਦੇ ਮੈਦਾਨ ਦੇ ਵਿਚਕਾਰ ਜਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਲੜਾਈ ਸ਼ੁਰੂ ਕੀਤੀ। ਲੜਦਿਆਂ ਲੜਦਿਆਂ ਇੰਨੀ ਘਮਸਾਨ ਦੀ ਲੜਾਈ ਹੋਈ, ਲਾਸ਼ਾਂ ਦੇ ਢੇਰ ਲੱਗ ਗਏ। ਕਿਉਂਕਿ ਉਹਨਾਂ ਦੇ ਮੁਸਲਮਾਨ ਲੋਕ ਲਿਖਾਰੀ ਲਿਖਦੇ ਆ, ਜਦੋਂ ਜੰਗ ਸ਼ੁਰੂ ਹੋਈ ਸੀ ਤੇ ਘੋੜਿਆਂ ਦੀਆਂ ਟਾਪਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ੍ਹੀ, ਪਰ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਮੈਦਾਨ ਵਿੱਚ ਆਏ, ਇੱਥੋਂ ਤੱਕ ਲੜਦਿਆਂ ਲੜਦਿਆਂ ਧੂੜ ਉੱਡਣੀ ਬੰਦ ਹੋ ਗਈ। ਕਿਉਂ ਬੰਦ ਹੋ ਗਈ? ਕਿਉਂਕਿ ਧਰਤੀ ਦੇ ਥੱਲੇ 1.5 ਗਿੱਠ ਚਰਬੀ ਤੇ ਖੂਨ ਚੜ ਗਿਆ ਸੀ। ਤੁਸੀਂ ਹੁਣ ਆਪੇ ਹਿਸਾਬ ਲਾਓ ਵੀ ਜੰਗ ਕਿੰਨੀ ਹੋਈ। ਗੁਰੂ ਕੇ ਤੇ 18 ਸਿੰਘ ਸ਼ਹੀਦ ਹੋਏ, ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਆਉਂਦੇ ਆਉਂਦਿਆਂ 1.5 ਗਿੱਠ ਥੱਲੇ ਚਰਬੀ ਤੇ ਖੂਨ ਡੁੱਲ ਗਿਆ। ਲਾਸ਼ਾਂ ਇੰਨੀਆਂ ਸੀ ਵੀ ਘੋੜਿਆਂ ਕੋਲੋਂ ਜੰਗ ਦੇ ਮੈਦਾਨ ਵਿੱਚ ਤੁਰਿਆ ਨਹੀਂ ਸੀ ਜਾਂਦਾ। ਇੰਨਾ ਜੰਗ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਵੇਲੇ ਹੋਇਆ। ਪਰ ਅਚਾਨਕ ਕੀ ਹੋਇਆ? ਸੂਰਮਿਆਂ ਨੇ ਢਾਲ ਦੇ ਉੱਤੇ ਇੱਕ ਲੋਹੇ ਦਾ ਫੁੱਲ ਬਣਾ ਕੇ ਲਾਇਆ ਹੁੰਦਾ। ਜਦੋਂ ਅਚਾਨਕ ਲੜਦਿਆਂ ਲੜਦਿਆਂ ਜੇ ਕਿਸੇ ਦੀ ਕਿਰਪਾਨ ਫੁੱਲ ਦੇ ਉੱਤੇ ਵੱਜ ਗਈ, ਉਹ ਘੁੰਮ ਜਾਂਦੀ ਹੈ। ਕਿਰਪਾਨ ਘੁੰਮ ਕੇ ਥਾਪੀ ਰੁੱਖ ਚੌੜੇ ਰੁੱਖ ਵੱਜੂਗੀ, ਲੱਕ ਵਿੱਚੋਂ ਟੁੱਟ ਜਾਏਗੀ। ਇਦਾਂ ਹੀ ਹੋਇਆ, ਫੁਰਤੀ ਨਾਲ ਲੜਦਿਆਂ ਲੜਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਿਰਪਾਨ ਢਾਲ ਦੇ ਉੱਤੇ ਵੱਜੀ ਤੇ ਕਿਰਪਾਨ 2 ਟੋਟੇ ਹੋ ਗਈ। ਫੁੱਲ ਤੇ ਜਦੋਂ ਵੱਜੀ 2 ਟੋਟੇ। ਕਿਰਪਾਨ ਟੁੱਟਣ ਦੀ ਢੇਰ ਸੀ। ਬਸ ਇੱਕ ਮੁਸਲਮਾਨ ਨੇ ਲੰਮੇ ਦਸਤੇ ਵਾਲਾ ਨੇਜਾ ਮਾਰਿਆ। ਉਹ ਜਿਸ ਵੇਲੇ ਨੇਜਾ ਵੱਜਾ ਤੇ ਜਦੋਂ ਵਾਪਸ ਖਿੱਚਦੇ ਆ, ਦਸਤਾ ਖਿੱਚਿਆ ਗਿਆ ਤੇ ਜਿਹੜਾ ਫਾਲਾ ਸੀ ਲੋਹੇ ਦਾ, ਉਹ ਵਿੱਚੇ ਗੱਡਿਆ ਰਹਿ ਗਿਆ। ਉਹਦੇ ਵਿੱਚੋਂ ਫਿਰ ਖੂਨ ਏਦਾਂ ਵਗਿਆ ਜਿੱਦਾਂ ਬਰਸਾਤੀ ਪਾਣੀ ਪਨਾਲੇ ਰਾਹੀਂ ਆਉਂਦਾ ਨਾ। ਸੋਲ ਜਿਹਾ ਗੁਰੂ ਕਾ ਪੁੱਤ ਸੀ, ਨਾਲ ਹੀ ਸਰੀਰ ਇਕੱਠਾ ਹੋ ਗਿਆ।
फिर इन्हां ने खुशियां कीतियां, किसे ने किरपान, बरशी, तीर, कटार, जो कोई कर सकदा सी उन्हां कीता। डिगण तो पहलो साहिबजादे ने घोड़ा घुमा के अपने बापू वाल नूं करके दस्या भी ਜਿਹੜਾ भी वार खादा छाती ते खादा, पिठ ते नहीं खादा। जदों पातशाह जी कहंदे आ ਦੁਪਹਿਰ ਦਾ सूरज सिर ते सी जदों मेरा पहला पुੱਤ घोड़े तो डिग पिया। 5 जकारे खुशी दे ला के गरीब नवाज जी कहंदे ने पराई अमान क्यों रखी है, दित्ती हूं सुख होए। पातशाह तेरी दात सी तेनू अर्पण हो गई। थल्ले आए छोटे साहबजादे जुझार सिंह जी खलोते हुए ने। पिताजी भाई से बिछड़ कर हमें जीना नहीं आता, खाना नहीं, सोना नहीं, पीना नहीं आता। मैं नहीं रह सकदा अपने भरा तो बिनो, मैनू भी उत्थे ही तोरो। महाराज कहंदे ने बड़ा विस्तार लिखिया अल्लाह जार खां जोगी ने। बरराई सी आवाज उसे बोले गुर गोबिंद, उस नन्हे से जांबाज से बोले गुर गोबिंद। पाला है तुझे बड़े नाज से बेटा, बोले गुर गोबिंद। महाराज कहंदे ने तैनू बड़े लाड नाल पालिया। जुझार सिंह जी 14 साल दी तुहाडी उम्र है। बड़े बड़े उत्थे इदां दे सूरमे जिहड़े एक एक बंदा कल्ला कल्ला बकरा खा जांदा, ते उन्हां दा वार झल लओगे तुहाडा ते शरीर ही बड़ा कूला जिहा। जुझार सिंह जी कहंदे ने पिता जी एक वारी मैनू तोर के वेखो, मैं तुहाडे नां नूं दाग नहीं लावांगा। आखिया ठीक। जदों साहिबजादा अजीत सिंह जी घोड़े तो डिगे ते महाराज कहंदे सी शाबाश पिसर, खूब लड़े हो, लड़ते भी क्यों ना, गोबिंद के फरजंद जो बड़े हो। तू लड़े भी क्यों ना भला, क्योंकि तू गुरु गोबिंद सिंह दा वड्डा पुੱਤ आ, तैनू इदां ही लड़ना चाहिए। हुण छोटे नूं तैयार करके कहंदे ने लो जाओ तुम्हें अल्लाह को सौंपा, मर जाओ जा मारो तुम्हें अल्लाह को सौंपा। पर मारे कहंदे ने जुझार सिंह हमें ख्वाहिश है तुम्हें जंग के मैदान में लड़ता हुआ देखें, हमें ख्वाहिश है कि तुम्हें आंख से बरशी खाता हुआ देखें। मैं कोट उत्ते चढ़ के देखूंगा जदों तेरी छाती विच बरशी वजे, घोड़े तो डिगन लगे, एक वारी घोड़ा घुमा के मेरे वाल नूं करी, मैं वेखना चाहुंदा भी मेरे निक्के पुੱਤ ने किन्ने शस्त्रां दी मार खाधी है। आख्या ठीक आ पिता जी, ये गल्लां करनियां बहुत औखा एक समा साध संगत जी। छोटे पुੱਤ दे नाल भी 5 सिंह तोरे, जंग दे मैदान विच गए, कईयां नूं मारिया। इन्ना जंग होया, ਦੁਪਹਿਰ ਤੋਂ ਜੰਗ ਸ਼ੁਰੂ ਹੋਇਆ ਤੇ ਫਿਰ ਸ਼ਾਮਾਂ ਦਾ ਟਾਈਮ ਆ। ਗੁਰੂ ਸਾਹਿਬ ਜੀ ਕਹਿੰਦੇ ਨੇ ਉਧਰੋਂ ਸ਼ਾਮਾਂ ਦਾ ਸੂਰਜ ਡੁੱਬਦਾ ਸੀ, ਉਧਰੋਂ ਮੇਰਾ ਦੂਜਾ ਪੁੱਤ ਵੀ ਘੋੜੇ ਤੋਂ ਡਿੱਗ ਪਿਆ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਡਿੱਗੇ, ਜੁਝਾਰ ਸਿੰਘ ਜੀ ਡਿੱਗੇ, ਫਿਰ 5 ਜਕਾਰੇ ਲਾਏ ਤੇ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਹਿੰਦੇ ਨੇ ਜਿਸ ਕੀ ਵਸਤ ਤਿਸ ਆਗੈ ਰਾਖੈ, प्रभ की आज्ञा मानै माथै। महाराज मैं तेरा आज्ञा तेरी मनूंगा। विद्वान कहंदे ने ये शुकराने दे लफ्ज गुरु गोबिंद सिंह जी ने आखे कदों, जदों हस शहीदी पा गया, जदों लाल छटेरा उंगली ला के लै गया उन्होंने वीर वडेरा, टुकड़े टुकड़े हो गया ओ बेरा बेरा। हस बन बोले सतगुरु वाह भाणा तेरा, तेरा तुझको सौंप दे क्या लागे मेरा। मन विच की आ कि पंथ वसे मैं उजड़ा, मन चाओ कनेरा। वाह वाह गुरु गोबिंद सिंह वाह जिगरा तेरा। पातशाह तेरे वर्गा जिगरा किहदा हो सकदा? तेरे सामने तेरे पुत्तां दे टुकड़े टुकड़े कर दिते ने ते तू शुकराना करदा है। पंथ दा हुक्म मन के अद्धी रात नूं गरीब नवाजी चमकौर दी गड़ी छड्डी। समय मुताबक ही मैं चल रहा। माछीवाड़े दे राही हुंदियां गरीब नवाज जी पहुंचे रायकोट, राय कल्ले दे घर। राय कल्ला महाराज नूं पुछदा जी गरीब नवाज मैं की सेवा करां? महाराज कहंदे ने राय जी सेवा ये आ भी कोई बंदा भेजो सरहंद। मैनूं पता लगा मेरी बिरध माता ते पुत्र सरहंद दे नवाब दे कैद विच सन। उन्हें घट तां नहीं कीती होनी, पर कोई बंदा भेजो पता ला के दसे मेरी माता नाल की बीती ते मेरे निक्के पुत्रां नाल की होया। आख्या ठीक आ। उन्हां अपना मझियां चारन वाला नूरा ओनू भेजिया। महाराज मंजे ते बैठे रहे। शामां नूं नूरा आया। गरीब नवाज जी कहंदे दस नूरिया की बीती मेरी माता नाल मेरे निक्के पुत्रां नाल? कहंदे ने नूरे ने सिर दा परना ला के अखां दे अगे रख के रोण लग पिया भी पातशाह
ਸ਼ਾਮਾਂ ਦਾ ਟਾਈਮ ਆ, ਮੈਂ ਤੈਨੂੰ ਕੀ ਖਬਰ ਦੱਸਾਂ ਵੀ ਤੇਰੇ ਪਰਿਵਾਰ ਨਾਲ ਕੀ ਹੋਇਆ। ਮਹਾਰਾਜ ਕਹਿੰਦੇ ਨੇ ਇਹੋ ਜਿਹੀਆਂ ਸ਼ਾਮਾਂ ਮੈਂ ਕਈ ਵੇਖੀਆਂ ਨੇ ਨੂਰਿਆ। ਲੋਕੀ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੇ ਸੀ। ਜਦੋਂ ਮੇਰੇ ਪਿਤਾ ਦਾ ਸੀਸ ਦਿੱਲੀੋਂ ਆਇਆ ਸੀ, ਮੈਨੂੰ ਰਾਤ ਨੂੰ ਸੁਨਾਹ ਮਿਲਿਆ ਸੀ। ਮਹਾਰਾਜ ਕਹਿੰਦੇ ਲੋਕੀ ਰਜਾਈਆਂ ਵਿੱਚ ਬੈਠੇ ਹੋਏ ਸੀ। ਜਿੱਦਣ ਮੈਂ ਆਨੰਦਪੁਰ ਦਾ ਕਿਲਾ ਛੱਡਿਆ ਉਹ ਵੀ ਸ਼ਾਮ ਹੀ ਸੀ। ਜਿੱਦਣ ਮੇਰੇ ਨਿੱਕਾ ਪੁੱਤ ਸ਼ਹੀਦ ਹੋਇਆ ਉਦਣ ਵੀ ਲੋਕੀ ਆਪਣੇ ਘਰਾਂ 'ਚ ਆਰਾਮ ਨਾਲ ਬੈਠੇ ਸੀ, ਤੇ ਉਦਣ ਵੀ ਸ਼ਾਮ ਨੂੰ ਮੇਰਾ ਨਿੱਕਾ ਪੁੱਤ ਘੋੜੇ ਤੋਂ ਡਿੱਗਾ ਸੀ। ਏਦਾਂ ਦੀਆਂ ਸ਼ਾਮਾਂ ਮੈਂ ਕਈ ਵੇਖੀਆਂ। ਤੂੰ ਦੱਸ ਮੇਰੀ ਮਾਤਾ ਨਾਲ ਕੀ ਹੋਇਆ ਤੇ ਮੇਰੇ ਪੁੱਤਰਾਂ ਨਾਲ ਕੀ ਹੋਇਆ। ਨੂਰੇ ਨੇ ਸਾਰੀ ਗੱਲ ਦੱਸੀ। ਉਹ ਫਿਰ ਕਥਾ ਅੱਗੋਂ ਪੰਥ ਤੱਕ ਆਈ ਵੀ ਉੱਥੇ ਹੋਇਆ ਕੀ ਸੀ। ਨੂਰੇ ਨੇ ਆਖਿਆ ਮਹਾਰਾਜ ਸਰਸਾ ਦੇ ਵਿਛੋੜੇ ਤੋਂ ਬਾਅਦ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦੇ ਇੱਕ ਰਾਤ ਰਹੇ ਕੁੰਮੇ ਮਾਸ਼ਕੀ ਦੇ ਘਰ। ਔਰ ਕੁੰਮੇ ਦੀ ਸੇਵਾ ਵੇਖ ਕੇ ਮਾਤਾ ਜੀ ਕਹਿੰਦੇ ਨੇ ਪੁੱਤ ਕੁੰਮਿਆ ਤੇਰਾ ਆਪਣਾ ਹੀ ਪ੍ਰਸ਼ਾਦਾ ਨਹੀਂ ਪੂਰਾ ਹੁੰਦਾ, ਤੈਨੂੰ ਖੇਚਲ ਹੋਊਗੀ। ਸਾਡੇ ਵਾਸਤੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਵੀ ਇਹਨਾਂ ਨੂੰ ਖਵਾਉਣਾ ਕੀ ਆ। ਇਸ ਵੇਲੇ ਸਭ ਤੋਂ ਵੱਡੀ ਸਾਨੂੰ ਲੋੜ ਇਹ ਆ, ਮੇਰੇ ਪੁੱਤ ਦਾ ਪਤਾ ਕਰਕੇ ਦੱਸ ਵੀ ਗੋਬਿੰਦ ਸਿੰਘ ਇਸ ਵੇਲੇ ਕਿੱਥੇ ਆ। ਜੇ ਇਹਨਾਂ ਬੱਚਿਆਂ ਦਾ ਆਪਣੇ ਬਾਪ ਨਾਲ ਮੇਲ ਹੋ ਜੇ ਤੇ ਇਹਦੇ ਤੋਂ ਵੱਡੀ ਸੇਵਾ ਨਹੀਂ ਹੋਰ ਕੋਈ। ਆਖਿਆ ਠੀਕ ਆ ਮਾਤਾ ਜੀ। ਅਗਲੇ ਦਿਨ ਕੁੰਮਾ ਬਾਹਰ ਨਿਕਲਿਆ। ਉਹਨੂੰ ਮਿਲਿਆ ਗੰਗੂ, ਕਿਉਂਕਿ ਗੰਗੂ ਦੇ ਘਰ ਜਦੋਂ ਰੋਟੀ ਖਾਣ ਨੂੰ ਨਹੀਂ ਸੀ ਤੇ ਆਨੰਦਪੁਰ ਸਾਹਿਬ ਤੋਂ ਜਾ ਕੇ ਪਾਤਸ਼ਾਹ ਦੇ ਘਰੋਂ ਖਾਣ ਪੀਣ ਨੂੰ ਰਸਤਾਂ, ਪਾਉਣ ਨੂੰ ਕੱਪੜੇ ਤੇ ਮਾਇਆ ਲਿਆ ਕੇ ਆਪਣਾ ਗੁਜ਼ਾਰਾ ਕਰਦਾ ਰਿਹਾ। ਤੇ ਅਕਸਰ ਹੀ ਆਉਂਦਾ ਜਾਂਦਾ ਸੀ। ਭਾਈ ਕੁੰਮੇ ਜੀ ਨੂੰ ਪਤਾ ਸੀ ਇਹਦਾ। ਉਹਨੂੰ ਆਖਿਆ ਪੰਡਤ ਜੀ ਭਾਈ ਗੁਰੂ ਸਾਹਿਬ ਜੀ ਦੀ ਮਾਤਾ ਤੇ ਬਿਰਧ ਮਾਤਾ ਤੇ ਬੱਚੇ ਮੇਰੇ ਘਰ ਨੇ, ਤੇ ਮੈਂ ਇਹ ਪਤਾ ਕਰ ਨਿਕਲਿਆ ਵੀ ਮਹਾਰਾਜ ਕਿੱਥੇ ਹੋਣਗੇ ਇਸ ਵੇਲੇ, ਕੋਈ ਪਤਾ ਤੈਨੂੰ? ਪੰਡਤ ਗੰਗੂ ਨੇ ਆਖਿਆ ਕੁੰਮਿਆ ਤੇਰੇ ਘਰ ਇੰਨੀ ਰਾਸ਼ਨ ਪਾਣੀ ਨਹੀਂ ਵੀ ਤੂੰ ਮਾਤਾ ਜੀ ਦੀ ਸੇਵਾ ਕਰ ਸਕੇ। ਇੱਥੋਂ ਤੱਕ ਗੰਗੂ ਸਹੀ ਸੀ, ਇੱਥੋਂ ਤੱਕ ਚੰਗਾ ਸੀ। ਆਖਿਆ ਤੂੰ ਮਾਤਾ ਤੇ ਬੱਚਿਆਂ ਨੂੰ ਮੇਰੇ ਕੋਲ ਭੇਜ, ਮੈਂ ਨਾਲ ਪਤਾ ਕਰੀ ਜਾਊਂਗਾ ਵੀ ਗੁਰੂ ਸਾਹਿਬ ਕਿੱਥੇ ਆ। ਜਿੱਥੇ ਪਤਾ ਲੱਗਾ ਮੈਂ ਉੱਥੇ ਮਾਤਾ ਜੀ ਤੇ ਬੱਚਿਆਂ ਨੂੰ ਜਾ ਕੇ ਨਾਲ ਮਿਲਾ ਦਿਆਂਗਾ। ਕਿਉਂਕਿ ਵਿਦਵਾਨ ਕਹਿੰਦੇ ਆ ਕੁੱਤਾ ਘਰ ਵਿੱਚ ਰੱਖਿਆ ਹੋਵੇ ਤੇ ਕੁੱਤੇ ਜਿੰਨਾ ਵਫਾਦਾਰ ਵੀ ਕੋਈ ਨਹੀਂ, ਪਰ ਜੇ ਉਹ ਕੁੱਤਾ ਹਲਕਾਇਆ ਹੋ ਜੇ ਤੇ ਜਿਨ੍ਹਾਂ ਦੀਆਂ ਬੁਰਕੀਆਂ ਖਾਧੀਆਂ ਮੁੜ ਕੇ ਦੰਦ ਉਹਨਾਂ ਨੂੰ ਵੀ ਲਾ ਦਿੰਦਾ। ਗੁਰੂ ਸਾਹਿਬ ਜੀ ਦਾ ਬਚਨ ਮੈਨੂੰ ਸਾਹਮਣੇ ਆ ਗਿਆ। ਮਹਾਰਾਜ ਕਹਿੰਦੇ ਨੇ ਲੋਭੀ ਕਾ ਵਿਸਾਹ ਨਾ ਕੀਚੈ, ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਧੂ ਹੈ, ਜਿੱਥੇ ਹੱਥ ਨਾ ਪਾਏ। ਲਾਲਚੀ ਬੰਦੇ ਨੂੰ ਕਦੀ ਆਪਣਾ ਸੱਜਣ ਨਾ ਬਣਾਓ, ਇਹ ਅੰਤ ਵੇਲੇ ਉੱਥੇ ਮਾਰੂਗਾ ਜਿੱਥੇ ਕਿਸੇ ਨੂੰ ਪਾਣੀ ਦਾ ਘੁੱਟ ਵੀ ਨਾ ਮਿਲੇ। ਇਹਨੂੰ ਹਲਕਾ ਹੋਇਆ ਸੀ ਲਾਲਚ ਦਾ। ਮਾਤਾ ਜੀ ਦੇ ਸਰਾਣੇ ਰੱਖੀਆਂ ਹੋਈਆਂ ਮੋਹਰਾਂ, ਜਾ ਕੇ ਤੇ ਉਹਨੇ ਪ੍ਰਸ਼ਾਦਾ ਵੀ ਛਕਾਇਆ ਸੀ, ਜਾ ਕੇ ਤੇ ਉਹਨੇ ਮੰਜਾ ਬਿਸਤਰਾ ਵੀ ਦਿੱਤਾ ਸੀ। ਸਰਾਣੇ ਰੱਖੀ ਹੋਈ ਕੁਝ ਮਾਇਆ ਜਦੋਂ ਇਹ ਜਾਣਿਆ ਵੀ ਮਾਤਾ ਜੀ ਸੌਂ ਗਏ ਆ, ਪਰ ਸਾਧ ਸੰਗਤ ਜੀ ਜਿਹਦਾ ਕੱਲਾ ਕੱਲਾ ਪੁੱਤ, ਜਿਹਨੂੰ ਸਾਰੀ ਸ੍ਰਿਸ਼ਟੀ ਮੱਥਾ ਟੇਕਦੀ ਹੋਵੇ, ਉਹਦਾ ਪੁੱਤ ਨਿਖੜ ਗਿਆ ਕੱਲਾ ਕੱਲਾ। ਮਾਤਾ ਨੂੰ ਨੀਂਦ ਆਉਂਦੀ ਸੀ। ਉਹਦੇ ਪੋਤਰਿਆਂ ਦਾ ਨਹੀਂ ਪਤਾ, ਉਹਦੀਆਂ ਨੌਵਾਂ ਦਾ ਨਹੀਂ ਪਤਾ, ਉਹਦਾ ਵਸਦਾ ਰਸਦਾ ਘਰ ਉਜੜ ਗਿਆ ਹੈ। ਮਾਤਾ ਨੂੰ ਨੀਂਦ ਆਉਂਦੀ ਸੀ ਕਿਤੇ? ਉਹ ਤੇ ਉਦਾਂ ਹੀ ਅੱਖਾਂ ਬੰਦ ਕੀਤੀਆਂ ਹੋਈਆਂ ਸੀ। ਸਾਡਾ ਤੇ ਬੱਚਾ ਘੜੀ ਸਕੂਲੋਂ ਲੇਟ ਹੋ ਜੇ ਤੇ ਸਾਡੀ ਜਾਨ ਨਿਕਲ ਜਾਂਦੀ ਹੈ। ਤੇ ਇਹੋ ਜਿਹੇ ਮਾਹੌਲ ਵਿੱਚ ਮਾਤਾ ਨੂੰ ਨੀਂਦ ਚੁੱਕਦਿਆਂ ਮਾਤਾ ਨੇ ਆਖਿਆ ਪੁੱਤ ਗੰਗੂ ਤੈਨੂੰ ਚੋਰੀ ਚੁੱਕਣ ਦੀ ਲੋੜ ਨਹੀਂ। ਜੇ ਤੂੰ ਆਪਣੀ ਸੇਵਾ ਨਿਭਾ ਦੇ ਨਾ, ਮੇਰੇ ਪੁੱਤ ਦਾ ਪਤਾ ਕਰੇ ਵੀ ਗੋਬਿੰਦ ਸਿੰਘ ਇਸ ਵੇਲੇ ਕਿੱਥੇ ਆ। ਜਿੰਨਾ ਤੇਰਾ ਭਾਰ ਆ ਤੇਰੇ ਭਾਰ ਦੇ ਬਰਾਬਰ ਸੋਨਾ ਤੋਲ ਕੇ ਉਹਨਾਂ ਦੇ ਦਿਆਂ। ਬੜਾ ਤਗੜਾ ਪੰਥ ਆ ਗੁਰੂ ਨਾਨਕ ਦਾ, ਕੋਈ ਘਾਟ ਨਹੀਂ ਕਿਸੇ ਗੱਲ ਦੀ। ਇਹੋ ਕੁਝ ਹੀ ਦਿੱਲੀ ਹੋ ਰਿਹਾ ਨਾ। ਉਹ ਕਹਿ ਰਿਹਾ ਗੁਰੂ ਨਾਨਕ ਦਾ ਪੰਥ ਭਈ ਡਟੇ ਰਹੋ, ਆਹ ਦੁਨਿਆਵੀ ਚੀਜ਼ਾਂ ਦੇ ਕੁਛ ਵੀ ਨਹੀਂ। ਜੇ ਕਹੋਗੇ ਤੇ ਤੁਹਾਨੂੰ ਸੋਨੇ ਦੀਆਂ ਰੋਟੀਆਂ ਬਣਾ ਕੇ ਖਵਾ ਦਿਆਂ। ਹੈਰਾਨ ਹੋ ਗਏ ਆ, ਪੁੱਛ ਰਹੇ ਆ ਇਹਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ, ਫੰਡਿੰਗ ਕਿੱਥੋਂ ਆਉਂਦੀ, ਫੰਡਿੰਗ ਕਿੱਥੋਂ ਆਉਣੀ ਆ। ਇਹਨਾਂ ਦੇ ਗੁਰੂ ਨੇ ਕਿਹਾ ਹੋਇਆ ਵੀ ਦਸਵੰਧ ਗੁਰੂ ਨਾ ਦੇਵਈ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਬਸਾਏ। ਜਿਹੜਾ ਸਿੱਖ ਗੁਰੂ ਕੇ ਨਿਮਿਤ ਦਸਵੰਧ ਨਹੀਂ ਦਿੰਦਾ, ਉਹ ਝੂਠ ਬੋਲ ਕੇ ਖਾਂਦਾ ਵੀ ਮੈਂ ਦਸਵੰਧ ਦੇਣ ਜੋਗਾ ਨਹੀਂ, ਤੇ ਹੁੰਦਾ ਹੈ ਕਮਾਈ ਉਹਦੀ ਪੂਰੀ ਆ, ਤੇ ਫੇਰ ਵੀ ਉਹ ਦਸਵੰਧ ਨਹੀਂ ਦਿੰਦਾ। ਤੇ ਮਹਾਰਾਜ ਨੇ ਕਹਿਤਾ ਇਹੋ ਜਿਹੇ ਸਿੱਖ ਦਾ ਮੈਨੂੰ ਕੋਈ ਯਕੀਨ ਨਹੀਂ ਵੀ ਇਹ ਕਿੱਦਣ ਛੱਡ ਕੇ ਚਲਿਆ ਜਾਵੇ। ਹੁਣ ਸਾਰਾ ਦਸਵੰਧ ਉੱਥੇ ਜਾ ਰਿਹਾ। ਉਹ ਤੇ ਗੱਲ ਹੀ ਕੋਈ ਨਹੀਂ। ਜੇ ਇੱਕ ਵਾਰੀ ਇਸ਼ਾਰਾ ਕਰਨ ਗੁਰੂ ਕੇ ਸਿੱਖ ਦਿੱਲੀ ਦੇ ਉੱਤੇ ਛੱਤ ਪਾ ਦੇਣਗੇ। ਹੁਕਮ ਦੀ ਉਡੀਕ ਆ,
ਪਰ ਕੋਈ ਨਹੀਂ, ਸੰਜਮ ਵਿੱਚ ਬੜੇ ਤਰੀਕੇ ਨਾਲ ਚੱਲ ਰਹੇ ਆ। ਮਹਾਰਾਜ ਉਹਨਾਂ ਦਾ ਸਾਥ ਦੇਣ। ਰਹੋ ਵਿਚਾਰ। ਮਾਤਾ ਨੇ ਆਖਿਆ ਤੇਰੇ ਭਾਰ ਦੇ ਬਰਾਬਰ ਸੋਨਾ ਤੋਲ ਕੇ ਦੇ ਦਿਆਂਗੇ। ਗੰਗੂ ਨੇ ਆਖਿਆ ਤੁਹਾਨੂੰ ਸਰਕਾਰ ਦਾ ਡਰ ਨਾ ਪ੍ਰਵਾਹ ਕਰਦੇ ਹੋਇਆ ਤੁਹਾਨੂੰ ਘਰ ਰੱਖਿਆ ਤੇ ਸਾਨੂੰ ਚੋਰ ਕਹਿੰਦੇ ਹੋ? ਕਿਉਂਕਿ ਜਿਹੜੇ ਬੰਦੇ ਨੇ ਝਗੜਾ ਕਰਨਾ ਜਾਂ ਵਿਗੜਨਾ ਉਹ ਤੇ ਇੱਕ ਬਹਾਨਾ ਹੀ ਚਾਹੁੰਦਾ ਨਾ। ਉਸੇ ਵੇਲੇ ਘਰ ਦਾ ਬਾਹਰੋਂ ਜਿੰਦਾ ਮਾਰਿਆ, ਮਨ ਵਿੱਚ ਆਇਆ ਇਹ ਵੀ ਪੈਸੇ ਲਓ, ਇਹਨਾਂ ਨੂੰ ਫੜਾਓ, ਕਿਉਂਕਿ ਇਹਨਾਂ ਦਾ ਨਾ ਕੋਈ ਅੱਗੇ ਰਿਹਾ ਤੇ ਨਾ ਪਿੱਛੇ ਰਿਹਾ। ਇਹਨਾਂ ਨੂੰ ਕਿਹਦੇ ਨਾਲ ਮਿਲਾਉਣਾ? ਇਹਨਾਂ ਨੂੰ ਫੜਾ ਕੇ ਇਨਾਮ ਲਾਓ ਤੇ ਉਹ ਵੀ ਮਾਇਆ ਆਪਣੇ ਘਰ ਲਿਆਓ। ਰਾਤ ਨੂੰ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਚਲਿਆ ਗਿਆ। ਦਿਨ ਚੜ੍ਹਦਿਆਂ ਸਾਰ ਸਾਹਿਬਜ਼ਾਦੇ ਸੁੱਤੇ ਹੋਏ ਸੀ। ਪੁਲਿਸ ਨੇ ਆਪ ਆਣ ਕੇ ਕੁੰਡਾ ਖੋਲਿਆ, ਸੁੱਤਿਆਂ ਹੋਇਆਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਇਆ। ਇਤਿਹਾਸ ਕਹਿੰਦਾ ਹੈ ਗੱਡੇ ਦੇ ਉੱਤੇ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਬਿਠਾਇਆ ਨਾ, ਹੁਣ ਜਿੱਦਾਂ ਠੰਡ ਆ, ਬਹਿੰਦਿਆਂ ਸਾਰ ਸਾਹਿਬਜ਼ਾਦਿਆਂ ਦੇ ਬੁੱਲ ਨੀਲੇ ਹੋ ਗਏ ਠੰਡ ਨਾਲ, ਹੱਥ ਨੀਲੇ ਹੋ ਗਏ, ਕੰਬਣ ਲੱਗ ਪਏ। ਦਾਦੀ ਮਾਤਾ ਨੇ ਘੁੱਟ ਕੇ ਨਾਲ ਲਾਏ ਹੋਏ ਆ। ਦਾਦੀ ਸਮੇਤ ਛੋਟੇ ਛੋਟੇ ਬੱਚੇ ਗੱਡੇ ਤੇ ਬਿਠਾਏ ਨੇ। ਅੱਗੇ ਵੀ ਪੁਲਿਸ ਆ, ਪਿੱਛੇ ਵੀ। ਜਦੋਂ ਲੈ ਕੇ ਤੁਰੇ, ਆਪਣੇ ਪੋਤਿਆਂ ਦੇ ਕੰਬਦੇ ਹੋਏ ਬੁੱਲਾਂ ਵੱਲ ਵੇਖ ਕੇ ਉਸ ਬ੍ਰਹਮ ਗਿਆਨੀ ਮਾਤਾ ਨੇ ਆਖਿਆ, ਵੇ ਗੰਗੂ, ਜਿਸ ਮਾਇਆ ਦੇ ਕਰਕੇ ਮੇਰੇ ਪੋਤੇ ਫੜਾਏ ਨੇ ਨਾ, ਮੈਂ ਵੀ ਗੁਰੂ ਤੇਗ ਬਹਾਦਰ ਦੀ ਪਤਨੀ ਆ, ਗੁਰੂ ਗੋਬਿੰਦ ਸਿੰਘ ਦੀ ਮਾਂ ਆ, ਮੇਰਾ ਬਚਨ ਖਾਲੀ ਨਹੀਂ ਜਾਊਗਾ। ਜਿਸ ਮਾਇਆ ਦੇ ਕਰਕੇ ਤੂੰ ਮੇਰੇ ਪੋਤੇ ਫੜਾਇਆ, ਉਹ ਮਾਇਆ ਤੈਨੂੰ ਵਰਤਣੀ ਨਹੀਂ ਮਿਲੂਗੀ। ਇਦਾਂ ਹੀ ਹੋਇਆ ਸੀ। ਜਿੱਦਣ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ ਨਾ, ਤੇ ਉਦਣ ਫਿਰ ਗੰਗੂ ਇਨਾਮ ਲੈਣ ਗਿਆ ਸੀ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ। ਤੇ ਮਾਤਾ ਦਾ ਬਚਨ ਐਵੇਂ ਥੋੜਾ ਜਾਣਾ ਸੀ, ਜੋ ਜੋ ਸੰਤ ਸਰਾਫਿਆ ਸੇ ਫਿਰੇ ਭਵੰਦੇ। ਮਾਤਾ ਗੁਜਰੀ ਤੋਂ ਵੱਡਾ ਸੰਤ ਕੌਣ ਸੀ ਉਸ ਵੇਲੇ, ਤੇ ਮਾਤਾ ਤੋਂ ਵੱਡਾ ਤਪਸਵੀ ਕੌਣ ਸੀ ਉਸ ਵੇਲੇ? ਮਹਾਰਾਜ ਕਹਿੰਦੇ ਨੇ ਸਭ ਕੁਝ ਨਸ਼ਟ ਹੋ ਜਾਊਗਾ, ਇੱਕ ਸਾਧ ਬਚਨ ਅਟਲਾਦਾ। ਕਿਸੇ ਨੇ ਕਹਿਤਾ ਵਜੀਦ ਖਾਨ ਨੂੰ ਇਹ ਇਨਾਮ ਲੱਭਦਾ। ਆਨੰਦਪੁਰ ਦਾ ਖਜ਼ਾਨਾ ਮਾਤਾ ਗੁਜਰੀ ਖੱਚਰ ਦੇ ਉੱਤੇ ਲੱਦ ਕੇ ਲਿਆਈ। ਉਹ ਖਜ਼ਾਨਾ ਸਰਕਾਰ ਦਾ ਵਾ ਤੇ ਇਹਦੇ ਘਰ ਪਿਆ ਹੋਇਆ। ਉਹਨੇ ਆਖਿਆ ਇਹਨੂੰ ਲੰਮੇ ਪਾਓ ਫੜ ਕੇ, ਖਜ਼ਾਨਾ ਤੇ ਇਹਨੇ ਦਿੱਤਾ ਹੀ ਨਹੀਂ, ਇਨਾਮ ਲੈਣ ਆਇਆ। ਜਦੋਂ ਬਹੁਤ ਮਾਰਿਆ ਨਾ ਗੰਗੂ ਨੂੰ, ਤੇ ਫਿਰ ਕਹਿੰਦਾ ਖਜ਼ਾਨਾ ਘਰੇ ਹੀ ਆ, ਆਓ ਮੈਂ ਤੁਹਾਨੂੰ ਜਿੱਥੇ ਦੱਬਿਆ ਸੀ ਉੱਥੋਂ ਆਇਆ। ਜੇ ਉਹ ਖਜ਼ਾਨਾ ਲੱਭ ਜਾਂਦਾ ਤੇ ਮਾਤਾ ਜੀ ਦਾ ਬਚਨ ਕਿੱਥੋਂ ਪੂਰਾ ਹੋਣਾ ਸੀ? ਪੋਟਾ ਪੋਟਾ ਵਿਹੜੇ ਦੇ ਮਿੱਟੀ ਪੁੱਟ ਮਾਰੀ, ਜਿੱਥੇ ਮੋਹਰਾਂ ਨੱਪੀਆਂ ਸੀ ਉਹ ਲੱਭੀਆਂ ਹੀ ਨਹੀਂ। ਉਹਨਾਂ ਇੰਨਾ ਮਾਰਿਆ ਕਿ ਮਾਰ ਖਾ ਖਾ ਕੇ ਗੰਗੂ ਹੋ ਗਿਆ ਪਾਗਲ, ਤੇ ਮੁੜ ਕੇ ਆਪਣੇ ਪਿੰਡ ਦੀਆਂ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਮਰ ਗਿਆ। ਲੋਕਾਂ ਨੇ ਆਖਿਆ ਮਾਤਾ ਜੀ ਦਾ ਬਚਨ ਪੂਰਾ ਹੋ ਗਿਆ, ਕਿਉਂਕਿ ਜਿਹਾ ਬੀਓ ਤੇਹਾ ਫਲ ਪਾਇਆ। ਜਿੱਦਾਂ ਦਾ ਇਹਨੇ ਬੀ ਪਾਇਆ ਸੀ ਉਦਾਂ ਦਾ ਇਹਨੇ ਵੱਢ ਲਿਆ। ਰਾਤ ਮਰਿੰਡੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਰੱਖਿਆ। ਅਗਲੇ ਦਿਨ ਵਜੀਦ ਖਾਨ ਘਰ ਕੰਧਾਂ ਨੂੰ ਟੱਕਰਾਂ ਮਾਰਦਾ ਸੀ, ਭਈ ਮੂੰਹ ਕਿਹੜਾ ਲੈ ਕੇ ਦੁਨੀਆ ਵਿੱਚ ਜਾਈਏ। ਉਹ 10 ਲੱਖ ਬੰਦਾ ਚਮਕੌਰ ਦੀ ਗੜੀ 'ਚ 40 ਬੰਦੇ, ਤੇ ਅਸੀਂ 10 ਲੱਖ, ਤੇ ਗੁਰੂ ਗੋਬਿੰਦ ਸਿੰਘ ਨੂੰ ਨਾ ਮਾਰ ਸਕੇ ਤੇ ਨਾ ਫੜ ਸਕੇ। ਲੋਕਾਂ ਦੇ ਸਾਨੂੰ ਮੂੰਹ ਨਹੀਂ ਕੱਢਣ ਦੇਣਾ ਬਾਹਰ ਵੀ ਤੁਸੀਂ ਕਾਹਦੇ ਸੂਰਮੇ ਹੋ। ਅੰਦਰ ਵੜਿਆ ਸੀ। ਜਦੋਂ ਜਾਨੀ ਖਾਨ ਨੇ ਜਾ ਕੇ ਆਖਿਆ ਮਰਿੰਡੇ ਵਾਲੇ ਕੋਤਵਾਲ ਨੇ, ਕੋਈ ਫਿਕਰ ਨਾ ਕਰੋ, ਜੇ ਗੁਰੂ ਗੋਬਿੰਦ ਸਿੰਘ ਨਹੀਂ ਤੇ ਉਹਦੇ ਬੱਚੇ ਤੇ ਮਾਤਾ ਨੂੰ ਫੜ ਲਿਆਏ। ਫਿਰ ਖੁਸ਼ੀ ਵਿੱਚ ਝੂਮਿਆ, ਭਈ ਵੇਨੇ ਆ ਭਲਾ ਗੋਬਿੰਦ ਸਿੰਘ ਹੁਣ ਕਿੱਦਾਂ ਨਹੀਂ ਆਉਂਦਾ ਛਡਾਉਣ, ਜਾਂ ਕਿੱਦਾਂ ਸਾਡੀ ਕੈਦ ਵਿੱਚ ਨਹੀਂ ਆਉਂਦਾ। ਰਾਤ ਠੰਡੇ ਬੁਰਜ ਤੇ ਰੱਖਿਆ ਗਿਆ। ਅਗਲੇ ਦਿਨ ਕਚਹਿਰੀ ਲੱਗੀ। ਸਾਧ ਸੰਗਤ ਜੀ, ਲੱਗੀ ਹੋਈ ਕਚਹਿਰੀ ਦੇ ਵਿੱਚ ਵਜੀਦ ਖਾਨ ਨੇ ਇਹ ਗੱਲ ਆਖੀ, ਉਹ ਬੱਚਿਓ ਤੁਹਾਡੇ ਭਰਾ ਮਾਰ ਦਿੱਤੇ ਨੇ, ਤੁਹਾਡਾ ਪਿਤਾ ਮਾਰ ਦਿੱਤਾ ਹੈ। ਸਾਹਿਬਜ਼ਾਦਿਆਂ ਨੇ ਆਖਿਆ ਅਗਲੀ ਗੱਲ ਬਾਅਦ ਚ ਕਰੀ, ਪਹਿਲੋਂ ਸਾਡੀ ਸੁਣ। ਦੁਨੀਆ ਤੇ ਅਜੇ ਤੱਕ ਉਹ ਮਾਂ ਨਹੀਂ ਜੰਮੀ ਜਿਹੜਾ ਏਦਾਂ ਦਾ ਸੂਰਮਾ ਜੰਮੇ ਵੀ ਜਿਹੜਾ ਸਾਡੇ ਪਿਤਾ ਦਾ ਕੋਈ ਸਿਰ ਲਾ ਸਕੇ। ਅਜੇ ਤੇ ਉਹ ਮਾਂ ਹੀ ਨਹੀਂ ਜੰਮੀ, ਤੇ ਫਿਰ ਅਜੇ ਸੂਰਮਾ ਜੰਮਣਾ ਤੇ ਕਿਹੜਾ ਬੰਦਾ ਪੈਦਾ ਹੋ ਗਿਆ ਉਹ ਜਿਹੜਾ ਸਾਡੇ ਪਿਓ ਦਾ ਸਿਰ ਵੱਢੇ। ਉਹਨਾਂ ਕਹੇ ਅਸੀਂ ਤੇ ਵੱਢ ਲਿਆਂਦਾ। ਇਹਨਾਂ ਨੂੰ ਭੁਲੇਖਾ ਸੀ ਨਾ ਸਰਦਾਰ ਸੰਗਤ ਸਿੰਘ ਦਾ, ਜਿਨ੍ਹਾਂ ਦੀ ਪੱਗ ਤੇ ਕਲਗੀ ਮਾਰ ਲਾਈ। ਇਹਨਾਂ ਨੇ ਸੰਗਤ ਸਿੰਘ ਦਾ ਸੀਸ ਲਾ ਕੇ ਪਰਾਤ ਵਿੱਚ ਰੱਖ ਕੇ ਤੇ ਲਿਆਏ ਸੀ। ਸਾਹਿਬਜ਼ਾਦਿਆਂ ਦੇ ਅੱਗੇ ਕੀਤਾ ਵੀ ਆ ਵੇਖੋ। ਇਹਨਾਂ ਹੱਸ ਕੇ ਆਖਿਆ ਮੂਰਖੋ, ਇਹ ਸਾਡੇ ਪਿਤਾ ਦਾ ਸੀਸ ਨਹੀਂ, ਇਹ ਭਾਈ ਸੰਗਤ ਸਿੰਘ ਜੀ ਦਾ ਸੀਸ ਹੈ। ਫਿਰ ਸ਼ਰਮਿੰਦੇ ਹੋਏ, ਲਾਲਚ ਵੀ ਦਿੱਤੇ। 3 ਦਿਨ ਕਚਹਿਰੀਆਂ ਚੱਲਦੀਆਂ ਰਹੀਆਂ। ਇਹਨਾਂ 3 ਦਿਨ ਕਚਹਿਰੀਆਂ ਦੇ ਵਿੱਚ ਕੋਈ ਮਦਦ ਵਾਸਤੇ ਨਹੀਂ ਆਇਆ।
ਪਰ ਉਸ ਸੂਰਮੇ ਦੀ ਗੱਲ ਨੂੰ ਪੰਥ ਕਦੀ ਭੁੱਲ ਨਹੀਂ ਸਕੇਗਾ। ਬਾਬਾ ਮੋਤੀ ਰਾਮ ਜੀ ਮਹਿਰਾ, ਜਿਨੇ ਆਪਣੀ ਪਤਨੀ ਦੇ ਜੇਵਰ ਰਿਸ਼ਵਤ ਦੇ ਕੇ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਪਿਆਰ ਨਾਲ। ਭਾਵੇਂ ਅਸੀਂ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਆ, ਪਰ ਪੰਥ ਨੇ ਪਿਆਰ ਨਾਲ ਜ਼ਰੂਰ ਉੱਚੀ ਉੱਚੀ ਗਾਇਆ ਸੀ। ਤੇ ਅਸੀਂ ਵੀ ਤੁਸੀਂ ਵੀ ਉਹ ਹਾਜ਼ਰੀ ਭਰ ਲਓ ਜਦੋਂ ਸਾਰਿਆਂ ਨੇ ਆਖਿਆ ਸੀ, ਧਨ ਮੋਤੀ ਜਿਨ ਧਰਮ ਕਮਾਇਆ, ਧਨ ਮੋਤੀ ਜਿਨ ਧਰਮ ਕਮਾਇਆ, ਧਨ ਗੁਰ ਲਾਲਾ ਤਾਈ ਦੁੱਧ ਛਕਾਇਆ, ਗੁਰ ਲਾਲਾ ਤਾਈ ਦੁੱਧ ਛਕਾਇਆ, ਗੁਰ ਉਹਦੇ ਪਰਿਵਾਰ ਨੂੰ ਵੀ ਵੇਲਣੇ ਵਿੱਚੋਂ ਰੱਖ ਕੇ ਪੀੜ ਦਿੱਤਾ ਸੀ। ਸਤ ਬਚਨ ਕੋਈ ਨਹੀਂ, ਉਹਦੇ ਪਰਿਵਾਰ ਨੂੰ ਇਸੇ ਕਰਕੇ ਹੀ ਵੇਲਣੇ ਵਿੱਚੋਂ ਦੀ ਪੀੜ ਦਿੱਤਾ ਸੀ ਵੀ ਇਹਨੇ ਗੁਰੂ ਕੀ ਮਾਤਾ ਤੇ ਪੁੱਤਰਾਂ ਨੂੰ ਦੁੱਧ ਪਿਆਇਆ। ਬੜੀ ਵੱਡੀ ਸ਼ਹਾਦਤ ਇੱਕ ਦਿਨ ਤੇ ਉਹਨਾਂ ਵਾਸਤੇ ਚਾਹੀਦਾ ਹੈ। ਰਹੋ ਵਿਚਾਰ, 3 ਦਿਨ ਕਚਹਿਰੀਆਂ ਲੱਗਦੀਆਂ ਨਹੀਂ, ਅੱਜ ਤੀਜਾ ਦਿਨ ਹੈ। ਤੀਜੇ ਦਿਨ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਫੈਸਲਾ ਇਹਨਾਂ ਨੇ ਹੋ ਗਿਆ ਵੀ ਲਾਲਚ ਦੇ ਕੇ ਵੇਖਿਆ ਹੈ, ਪਿਆਰ ਨਾਲ ਗੱਲ ਕਰਕੇ ਵੇਖੀ ਆ, ਡਰਾ ਕੇ ਵੇਖੀ ਆ, ਇਹ ਨਹੀਂ ਮੰਨਦੇ। ਇਹਨਾਂ ਨਹੀਂ ਮੰਨਣਾ ਕਿਉਂਕਿ ਜਿਹੜੇ ਪਿਓ ਦੇ ਪੁੱਤ ਨੇ ਇਹ ਉਹਦੇ ਵਰਗੇ ਕੰਮ ਕਰਨਗੇ ਨਾ। ਕਾਜੀ ਨੂੰ ਕਹਿ ਦਿੱਤਾ ਵੀ ਇਹਨਾਂ ਦਾ ਫਤਵਾ ਸੁਣਾਓ ਵੀ ਇਹਨਾਂ ਦੀ ਸਜ਼ਾ ਕੀ ਬਣਦੀ। ਵੇਖੋ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਉੱਥੇ ਮਰੇਲਕੋਟਲੇ ਦਾ ਨਵਾਬ ਬੈਠਾ ਹੋਇਆ ਸੀ, ਉਹਨੇ ਆਖਿਆ ਵਜੀਦ ਖਾਨ ਤੂੰ ਵੀ ਕੁਰਾਨ ਪੜ੍ਹੀ ਆ ਤੇ ਮੈਂ ਵੀ ਪੜ੍ਹੀ। ਕੁਰਾਨ ਦੇ 1 ਤੋਂ ਲੈ ਕੇ ਅਖੀਰ ਤੱਕ ਪੰਨੇ ਖੋਲ, ਇੱਥੇ ਕਚਹਿਰੀ ਵਿੱਚ ਲੱਭ ਕੇ ਦੱਸ ਭਈ ਇਹਨਾਂ ਛੋਟੇ ਬੱਚਿਆਂ ਤੇ ਕੋਈ ਪਰਚਾ ਹੀ ਨਹੀਂ ਬਣਦਾ, ਬਿਰਧ ਮਾਤਾ ਦੇ ਉੱਤੇ ਕੋਈ ਪਰਚਾ ਨਹੀਂ ਬਣਦਾ। ਜਿੰਨਾ ਚਿਰ ਇਹਨਾਂ ਬੱਚਿਆਂ ਤੇ ਮਾਤਾ ਦੇ ਉੱਤੇ ਪਰਚਾ ਨਹੀਂ ਬਣਦਾ, ਇਹਨਾਂ ਤੇ ਧਾਰਾ ਕਿਹੜੀ ਲਾਓਗੇ ਤੇ ਸਜ਼ਾ ਕਿਦਾਂ ਦਓਗੇ? ਪਹਿਲੋਂ ਪਰਚਾ ਬਣਾਓ ਤੇ ਫੇਰ ਹੀ ਸਜ਼ਾ ਦਓਗੇ ਨਾ। ਕੁਰਾਨ ਦੇ ਮੁਤਾਬਕ ਉਸ ਨਵਾਬ ਨੇ ਸਾਰਿਆਂ ਨੂੰ ਚੁੱਪ ਕਰਾ ਦਿੱਤਾ ਸੀ। ਤੇ ਇਤਿਹਾਸਕਾਰ ਕਹਿੰਦੇ ਆ ਵਜੀਦ ਖਾਨ ਵੀ ਥੋੜੇ ਸਮੇਂ ਬਾਅਦ ਚੁੱਪ ਕਰ ਗਿਆ ਸੀ ਵੀ ਵਾਕਿਆ ਹੀ ਕਿਹੜੇ ਹਿਸਾਬ ਨਾਲ ਅਸੀਂ ਇਹਨਾਂ ਬੱਚਿਆਂ ਨੂੰ ਮਾਰਾਂਗੇ। ਫਿਰ ਲਾਗੇ ਇੱਕ ਲੂਣ ਹਰਾਮੀ ਆਪਣੇ ਨੰਬਰ ਬਣਾਉਂਦਾ ਲਾਗੇ ਬੈਠਾ ਹੋਇਆ ਸੀ, ਖੱਤਰੀ ਦੀਵਾਨ ਸੁੱਚਾਨੰਦ। ਉਹ ਕਹਿੰਦਾ ਖਲੋ ਜੋ, ਛੱਡਣ ਬਾਰੇ ਸੋਚਦੇ ਜੇ, ਜਿਨ੍ਹਾਂ ਨੂੰ ਛੱਡਣਾ ਪਹਿਲੋਂ ਉਹਨਾਂ ਨੂੰ ਪੁੱਛ ਤੇ ਲਓ। ਸਾਹਿਬਜ਼ਾਦਿਆਂ ਨੂੰ ਪੁੱਛਿਆ, ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਕੀ ਕਰੋਗੇ? ਗੁਰੂ ਕੇ ਲਾਲਾ ਨੇ ਆਖਿਆ ਪਹਿਲੋਂ ਤੇ ਸਾਨੂੰ ਯਕੀਨ ਹੀ ਨਹੀਂ ਵੀ ਤੁਸੀਂ ਸਾਨੂੰ ਛੱਡ ਦਿਓਗੇ, ਅਸੀਂ ਤੇ ਮੰਨਦੇ ਹੀ ਨਹੀਂ ਵੀ ਤੁਸੀਂ ਸਾਨੂੰ ਜੀਂਦੇ ਛੱਡ ਦਿਓਗੇ। ਮੰਨ ਲਓ ਵੀ ਤੁਸੀਂ ਛੱਡ ਦਿਓਗੇ ਨਾ, 2 ਭਰਾ ਅਸੀਂ ਆ, ਗੁਰੂ ਨਾਨਕ ਦਾ ਪੰਥ ਬੜਾ ਵੱਡਾ, ਫਿਰ ਤੁਰ ਕੇ 3 ਸਿੰਘ ਹੋਰ ਲੱਭਾਂਗੇ। ਜਿੱਦਣ ਅਸੀਂ 5 ਹੋ ਗਏ ਨਾ, ਉਦਣ ਫਿਰ ਅੰਮ੍ਰਿਤ ਸੰਚਾਰ ਕਰਾਂਗੇ, ਦੋਹਰੇ ਪੰਥ ਖੜਾ ਕਰਾਂਗੇ ਤੇ ਖਾਲਸਾ ਫੌਜ ਤਿਆਰ ਕਰਾਂਗੇ। ਜਿੰਨਾ ਚਿਰ ਤੁਹਾਡੇ ਵਰਗੇ ਪਾਪੀਆਂ ਦੀ ਜੜ੍ਹਾਂ ਨਹੀਂ ਪੁੱਟ ਲੈਂਦੇ, ਉਹਨਾਂ ਚਿਰ ਆਰਾਮ ਨਾਲ ਨਹੀਂ ਬਵਾਂਗੇ। ਸੁੱਚੇ ਆਨੰਦ ਨੇ ਆਖਿਆ ਸੁਣ ਲਿਆ ਈ, ਮੈਂ ਤੇ ਤੈਨੂੰ ਪਹਿਲੇ ਦਿਨ ਦਾ ਇਹ ਗੱਲ ਕਹਿ ਰਿਹਾ ਵੀ ਖਾਰੇ ਖੂਹ ਕਦੀ ਮਿੱਠੇ ਨਹੀਂ ਹੁੰਦੇ। ਭਾਵੇਂ 100 ਮਣਾ ਖੰਡ ਪਾਈਏ ਤੇ ਸੱਪਾਂ ਦੇ ਪੁੱਤ ਕਦੀ ਮਿੱਤਰ ਨਹੀਂ ਬਣਦੇ, ਭਾਵੇਂ ਚੁਲੀਆਂ ਭਰ ਭਰ ਦੁੱਧ ਪਿਆਈਏ। ਸਾਹਿਬਜ਼ਾਦਾ ਫਤਿਹ ਸਿੰਘ ਨੇ ਆਖਿਆ ਸੁੱਚਾ ਆਨੰਦ ਬਾਕੀਆਂ ਨੂੰ ਤੇ ਚੇਤਾ ਰੱਖਾਂਗੇ, ਪਰ ਜਿਹੜੀ ਬੋਲੀ ਤੂੰ ਬੋਲੀ ਆ ਨਾ, ਇਸ ਬੋਲੀ ਨੂੰ ਵੀ ਚੇਤਾ ਰੱਖਾਂਗੇ। ਓਏ ਦੁਨੀਆ ਮੇਰੇ ਬਾਪੂ ਦੇ ਪੈਰਾਂ ਤੇ ਮੱਥਾ ਟੇਕਣ ਤੇ ਤੂੰ ਮੇਰੇ ਬਾਪੂ ਨੂੰ ਸੱਪ ਕਹਿਣਾ। ਜਿੱਦਣ ਕੋਈ ਸਾਡੇ ਮਗਰ ਆ ਗਿਆ ਤੇਰੀ ਜ਼ਬਾਨ ਖਿੱਚ ਕੇ ਤੇਰੇ ਪੈਰਾਂ ਨਾਲ ਜ਼ਰੂਰ ਬੰਨਣਗੇ। ਪਰ ਉਸ ਵੇਲੇ ਉਹ ਹੰਕਾਰੇ ਹੋਏ ਸੀ, ਕੌਣ ਸੁਣਦਾ ਸੀ ਇੰਨੀ ਗੱਲ ਨੂੰ। ਸਾਹਿਬਜ਼ਾਦਿਆਂ ਦਾ ਜਵਾਬ ਸੁਣ ਕੇ ਵਜੀਦ ਖਾਨ ਨੇ ਆਖਿਆ ਸੁਣਾਓ ਫਤਵਾ। ਕਾਜੀ ਨੇ ਘੜਿਆ ਘੜਾਇਆ ਫਤਵਾ ਸੁਣਾ ਦਿੱਤਾ। ਇਹ ਬਾਗੀ ਦੇ ਪੁੱਤ ਨੇ, ਇਹ ਸਪੋਲੀਏ ਨੇ, ਅੱਜ ਮਾਰ ਦੇਣੇ ਸੌਖੇ ਨੇ, ਜੇ ਇਹ ਵੱਡੇ ਹੋ ਗਏ ਤੇ ਇੰਨਾ ਖੱਲਰ ਪਾਉਣਗੇ ਵੀ ਅੱਗੇ ਇੱਕ ਇਹਨਾਂ ਦਾ ਪਿਓ ਨਹੀਂ ਸੰਭਿਆ ਜਾਂਦਾ, ਜੇ ਇਹ 2 ਬਚ ਕੇ ਤੇ ਕੌਣ ਸੰਭੂਗਾ ਇਹਨਾਂ ਨੂੰ। ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਮਾਰ ਦੇਣਾ ਚਾਹੀਦਾ। ਇਹ ਸੀ ਸਰਕਾਰੀ ਫੈਸਲਾ। ਅੱਜ ਦੀ ਰਾਤ ਬੁਰਜ ਤੇ ਰੱਖੋ, ਕੱਲ ਨੂੰ ਨੀਹਾਂ ਵਿੱਚ ਚਿਣਿਆ ਜਾਏਗਾ। ਸਾਹਿਬਜ਼ਾਦੇ ਬੁਰਜ ਤੇ ਗਏ। ਬਾਬਾ ਫਤਿਹ ਸਿੰਘ ਜੀ ਦੌੜ ਕੇ ਦਾਦੀ ਦੇ ਨਾਲ ਗੱਲ ਵਕੜੀ ਹੋਈ, ਲਾਲ ਜੀ ਅੱਜ ਕੀ ਫੈਸਲਾ ਹੋਇਆ? ਏਦਾਂ ਹੱਸ ਕੇ ਫੈਸਲਾ ਸੁਣਾਇਆ ਜਿੱਦਾਂ ਸਾਡਾ ਤੁਹਾਡਾ ਬੱਚਾ ਸਕੂਲੋਂ ਚੰਗੇ ਨੰਬਰ ਲੈ ਕੇ ਆਵੇ
ਕਾਪੀ ਖੋਲ ਕੇ ਆਪਣੀ ਮੰਮੀ ਨੂੰ ਵਿਖਾਉਂਦਾ, ਵੇਖੋ ਮੈਂ ਕਿੰਨੇ ਨੰਬਰ ਲੈ ਕੇ ਆਇਆ। ਬਾਬਾ ਫਤਿਹ ਸਿੰਘ ਨੇ ਆਖਿਆ, ਮਾਤਾ ਜੀ ਸਾਰੇ ਇਮਤਿਹਾਨ ਪਾਰ ਕਰ ਗਏ ਆ, ਬਸ ਅੱਜ ਦੀ ਰਾਤ ਦਾਦੀ ਤੇਰੇ ਕੋਲ ਰਹਿ ਗਏ ਆ, ਕੱਲ ਨੂੰ ਇਹਨਾਂ ਨੇ ਸਾਨੂੰ ਨੀਹਾਂ ਵਿੱਚ ਚਿਣ ਕੇ ਮਾਰ ਦੇਣਾ। ਸਾਹਿਬਜ਼ਾਦਿਆਂ ਜਦੋਂ ਆਖਿਆ, ਮਾਤਾ ਦੀ ਜ਼ਿੰਦਗੀ ਵਿੱਚ ਤੂਫਾਨ ਆ ਗਿਆ, ਭਈ ਕੋਈ ਜੀ ਨਹੀਂ ਮੇਰਾ ਬਚੇਗਾ। ਹੁਣ ਦੂਸਰਿਆਂ ਦਾ ਨਹੀਂ ਪਤਾ, ਇਹੋ ਹੀ ਤੇ ਦੋ ਸੀ। ਸਿਪਾਹੀਆਂ ਦੇ ਵਰਦੀ ਦੀ ਕੰਨੀ ਖਿੱਚ ਖਿੱਚ ਕੇ ਕੱਲੇ ਕੱਲੇ ਨੂੰ ਮਾਤਾ ਗੁਜਰੀ ਜੀ ਪੁੱਛਦੇ ਆ, ਮੇਰੇ ਪੋਤਿਆਂ ਦਾ ਕਸੂਰ ਕੀ ਆ, ਕਿਉਂ ਮਾਰਨਾ ਮੈਂ ਇਹਨਾਂ ਨੂੰ, ਦੱਸੋ ਕੁਝ। ਸਿਪਾਹੀਆਂ ਆਖਿਆ, ਮਾਤਾ ਅਸੀਂ ਤੇ ਹੁਕਮ ਦੇ ਬੱਝੇ ਆ, ਅਸੀਂ ਕੀ ਦਸੀਏ। ਸਾਰੀ ਰਾਤ ਪੋਤਿਆਂ ਨੂੰ ਆਪਣੀ ਗੱਲ ਵਰਕੜੀ ਵਿੱਚ ਲੈ ਕੇ ਬੈਠੀ ਰਹੀ ਵੀ ਕੱਲ ਨੂੰ ਮੇਰੇ ਪੋਤੇ ਮੈਨੂੰ ਲੱਭਣੇ ਨਹੀਂ। ਇਦਾਂ ਹੀ ਵਿਚਾਰਾਂ ਕਰਦਿਆਂ ਦਿਨ ਚੜ ਗਿਆ ਤੇ ਕਹਿੰਦੇ ਸੂਰਜ ਦੀ ਟਿੱਕੀ ਚੜੀ, ਸਿਪਾਹੀ ਲੈਣ ਵਾਸਤੇ ਆਏ। ਮਾਤਾ ਦੇ ਕੋਲ ਇੱਕ ਗੰਢ ਸੀ ਜਿਹਦੇ ਵਿੱਚ ਪੋਤਿਆਂ ਦੇ ਸੂਟ ਸੀ, ਕੱਪੜੇ ਸੀ। ਉਹ ਨਵੇਂ ਬਾਣੇ ਪਵਾਏ, ਦਮਾਲੇ ਸਜਾਏ, ਜੋ ਮਾਤਾ ਜਿੱਦਾਂ ਸਜਾਉਂਦੀ ਆ। ਜੋਗੀ ਅੱਲਾ ਜਾਰ ਖਾਨ ਜੀ ਦੱਸ ਰਹੇ ਆ, ਉਹ ਕਹਿੰਦੇ ਆ, ਮਾਤਾ ਕਹਿੰਦੀ ਆ कि आओ बेटा, जाने से पहले तुम्हें गले से लगा तो लूं, केसों को कंघी कर दूं, जरा मुंह धुला तो लूं, नन्ही सी दस्तारों पे नन्ही सी कलगी सजा तो लूं, मरने से पहले तुम्हें दूल्हा बना तो लूं। तैनू मैं दूल्हे बना के लाड़े बना के तोरांगी, तुसी लाड़ी मौत नूं विआउण चले हो। ਸਾਹਿਬਜ਼ਾਦਿਆਂ ਨੂੰ ਤਿਆਰ ਪੋਤਿਆਂ ਨੂੰ ਕੀਤਾ, ਮੱਥਾ ਚੁੰਮਿਆ। ਉਹਨਾਂ ਛੋਟੇ ਛੋਟੇ ਬੱਚਿਆਂ ਨੇ ਆਪਣੀ ਦਾਦੀ ਮਾਂ ਦੇ ਚਰਨਾਂ ਤੇ ਹੱਥ ਲਾ ਕੇ ਅਸ਼ੀਰਵਾਦ ਲੈਂਦੇ ਆ। ਦਾਦੀ ਕਹਿੰਦੀ ਆ, ਤਗੜੇ ਹੋ ਕੇ ਜਾਇਓ, ਡਰਿਓ ਨਾ, ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਜੇ। ਜਿੰਨਾ ਚਿਰ ਤੁਹਾਡੇ ਸਵਾਸ ਨਹੀਂ ਨਿਕਲ ਜਾਂਦੇ, ਧਿਆਨ ਰੱਖਿਓ ਕਿਤੇ ਆਪਣੇ ਬਾਪੂ ਦੀ ਪੱਗ ਨੂੰ ਦਾਗ ਨਾ ਲਾਇਓ। ਸਾਹਿਬਜ਼ਾਦੇ ਨੇ ਆਖਿਆ, ਫਤਿਹ ਸਿੰਘ ਜੀ, ਦਾਦੀ ਮਾਂ ਤੂੰ ਇੱਥੇ ਬੁਰਜ ਤੇ ਖਲੋ ਕੇ ਵੇਖੀ, ਜਿੰਨਾ ਚਿਰ ਸਾਡੇ ਸਵਾਸ ਨਹੀਂ ਨਿਕਲ, ਜਕਾਰਾ ਤੇ ਲੱਗੂਗਾ ਪਰ ਹਾਏ ਦੀ ਆਵਾਜ਼ ਨਹੀਂ ਆਏਗੀ। ਜਕਾਰਾ ਲੱਗੂਗਾ, ਹਾਏ ਦੀ ਆਵਾਜ਼ ਨਹੀਂ ਆਏਗੀ। ਜਦੋਂ ਬੁਰਜ ਤੋਂ ਥੱਲੇ ਉਤਰੇ, ਵਿਦਵਾਨ ਕਹਿੰਦੇ ਆ, ਬਾਬਾ ਫਤਿਹ ਸਿੰਘ ਜੀ ਆਏ ਫਿਰ ਮੁੜ ਕੇ ਦਾਦੀ ਮਾਤਾ ਨਾਲ ਗੱਲ ਕਰਨ ਵਾਸਤੇ, ਤੇ ਉਹ ਇੰਜ ਲਿਖਦੇ ਆ, ਭਈ ਤੁਰ ਪਏ ਦੋਵੇਂ ਸੂਰਮੇ ਜਦੋਂ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਉਡੀਕਾਂਗੇ ਤੈਨੂੰ ਅੰਮੀਏ ਨੀ ਸੱਚਖੰਡ ਵਿੱਚ ਜਾ ਕੇ। ਹੇ ਮਾਂ, ਕਦੋਂ ਸਾਨੂੰ ਘਰੋਂ ਲੈ ਕੇ ਤੁਰੀ ਸੀ, ਇੱਥੇ ਆ ਕੇ ਤੇਰੇ ਨਾਲ ਵੀ ਵਿਛੋੜਾ ਪੈ ਗਿਆ, ਅਸੀਂ ਹੁਣ ਸੱਚਖੰਡ ਚੱਲੇ ਆ, ਤੇਰੀ ਉਡੀਕ ਕਰਾਂਗੇ ਕਿਤੇ ਤੂੰ ਜ਼ਿਆਦਾ ਚਿਰ ਧਰਤੀ ਤੇ ਨਾ ਰਵੀਂ। ਤੁਰ ਪਏ ਦੋਵੇਂ ਸੂਰਮੇ ਜਦੋਂ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਉਡੀਕਾਂਗੇ ਤੈਨੂੰ ਅੰਮੀਏ ਨਹੀਂ, ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਨਹੀਂ, ਅਸੀਂ ਔਂਸੀਆਂ ਪਾ ਕੇ, ਤੇਰੇ ਬਾਝੋਂ ਲੋਰੀਆਂ ਦੇ ਦੇ ਕੇ ਕਿੰਨੇ ਸਵਾਉਣਾ, ਤੇਰੇ ਬਾਝੋਂ ਅੰਮੀਏ ਨਹੀਂ ਸੱਚਖੰਡ ਨਹੀਂ ਪਾਉਣਾ, ਤੇਰੇ ਬਿਨੋਂ ਸਾਨੂੰ ਸੱਚਖੰਡ ਵੀ ਨਹੀਂ ਚੰਗਾ ਲੱਗਣਾ। ਉਸ ਦਾਦੀ ਨੇ ਫਤਿਹ ਸਿੰਘ ਦਾ ਮੁਖ ਚੁੰਮ ਕੇ ਆਖਿਆ, ਵੇ ਚੱਲੋ ਮੇਰੇ ਹੀਰਿਓ, ਮੈਂ ਮਗਰੇ ਆਵਾਂ, ਵੇ ਪੁੱਤਾਂ ਬਾਝੋਂ ਜੀਂਦੀਆਂ ਕਦੋਂ ਸੁਣੀਆਂ ਮਾਵਾਂ, ਜਿੱਧਰ ਉੱਡਦੇ ਹੰਸ ਉਧਰ ਜਾਂਦੀਆਂ ਛਾਵਾਂ, ਲੋਕੋ ਮੈਂ ਵਾਰ ਘਰ ਦੀਆਂ ਰੌਣਕਾਂ ਸੱਚਖੰਡ ਵਸਾਵਾਂ। ਮੈਂ ਪਤੀ ਦੇ ਦਿੱਤਾ, ਪੋਤਰੇ ਦੇਤੇ ਨੇ, ਵੱਡੇ ਪੋਤਰੇ ਵੀ ਸ਼ਹੀਦ ਹੋ ਗਏ ਨੇ, ਮੈਂ ਰਹਿ ਗਈ ਆ, ਮੈਂ ਆਪਣਾ ਆਪ ਵੀ ਨਿਸ਼ਾਵਰ ਕਰਕੇ ਤੇ ਸੱਚਖੰਡ ਚਲੀ ਜਾਵਾਂਗੀ। ਸਾਡਾ ਘਰ ਉਜੜੇ ਤੇ ਉਜੜ ਜਾਏ, ਪਰ ਹਿੰਦੁਸਤਾਨ ਦੇ ਲੋਕੋ ਤੁਹਾਡਾ ਘਰ ਵਸਣਾ ਚਾਹੀਦਾ ਹੈ। ਏਡਾ ਤਗੜਾ ਜੇਰਾ, ਏਦਾਂ ਦੀ ਆਵਾਜ਼ ਅਨੰਦਪੁਰ ਸਾਹਿਬ ਤੋਂ ਜਿਹੜੀ ਆਈ, ਮੁੜ ਕੇ ਨਹੀਂ ਕਿਤੇੋਂ ਆਈ। ਲੋਕਾਂ ਨੂੰ ਤੇ ਸਮੇਂ-ਸਮੇਂ ਨਾਲ ਲੋੜ ਪਈ, ਮੱਥੇ ਟਿਕਾਉਣ ਵਾਲਿਆਂ ਦੀ ਘਾਟ ਨਹੀਂ, ਪੂਜਾ ਪ੍ਰਤਿਸ਼ਠਾ ਕਰਾਉਣ ਵਾਲਿਆਂ ਦੀ, ਲੱਖਾਂ ਦੇ ਪੰਡਾਲ ਲਾਉਣ ਵਾਲਿਆਂ ਦੀ ਘਾਟ ਨਹੀਂ, ਪਰ ਜਿਹੜੀ ਆਵਾਜ਼ ਮੇਰੇ ਬਾਪੂ ਦੇ ਘਰੋਂ ਆਈ, ਉਹ ਮੁੜ ਕੇ ਕਦੀ ਕਿਤੇੋਂ ਵੀ ਨਹੀਂ ਆਈ। ਕੌਣ ਏਡਾ ਤਗੜਾ ਉਪਕਾਰ ਕਰੇ। ਦਾਦੀ ਨੇ ਪੋਤੇ ਤੋਰੇ, ਆਪ ਬੁਰਜ ਤੇ ਚੜ ਕੇ ਖਲੋਗੀ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖੜਿਆ ਕੀਤਾ ਗਿਆ। ਉਹ ਜਲਾਦ ਮੰਗਾਏ, ਸਾਸਲ ਬੇਗ ਤੇ ਬਾਸਲ ਬੇਗ। ਕੋਈ ਮਿਰਾਜ ਮਿਸਤਰੀ ਗੁਰੂ ਕੇ ਪੁੱਤਰਾਂ ਨੂੰ ਨੀਹਾਂ 'ਚ ਚਿਣਨ ਵਾਸਤੇ ਤਿਆਰ ਨਹੀਂ ਸੀ। ਵੇਖੋ, ਏਡਾ ਪਾਪ ਕਰਨ ਵਾਸਤੇ ਮਿਸਤਰੀ ਕਿਹੜੇ ਸੱਦੇ,
ਇਹ ਦੋਵੇਂ ਭਰਾ ਜਿਨ੍ਹਾਂ ਤੇ ਕੇਸ ਚੱਲਦਾ ਸੀ ਤੇ ਉਮਰ ਕੈਦ ਦੀ ਸਜ਼ਾ ਹੋਈ ਆ ਇਹਨਾਂ ਨੂੰ ਸਰਹੰਦ ਵਿੱਚ। ਉਂਝ ਇਹ ਰਾਜ ਮਿਸਤਰੀ ਆ। ਬਾਕੀ ਰਾਜ ਮਿਸਤਰੀਆਂ ਜਵਾਬ ਦੇਤਾ ਵੀ ਸਾਨੂੰ ਮਾਰਨਾ ਹੀ ਤੇ ਮਾਰਦੇ, ਅਸੀਂ ਗੁਰੂ ਕੇ ਪੁੱਤਰਾਂ ਨੂੰ ਨੀਹਾਂ 'ਚ ਨਹੀਂ ਚੁਣ ਸਕਦੇ। ਇਹਨਾਂ ਨੇ ਕਿਹਾ ਸੀ ਭਈ ਅਸੀਂ ਤੁਹਾਡੇ ਦੋਵਾਂ ਭਰਾਵਾਂ ਦੀ ਉਮਰ ਕੈਦ ਦੀ ਸਜ਼ਾ ਮਾਫ ਕਰ ਦਿਆਂਗੇ ਜੇ ਤੁਸੀਂ ਗੁਰੂ ਕੇ ਪੁੱਤਰਾਂ ਨੂੰ ਨੀਹਾਂ 'ਚ ਚਿਣ ਕੇ ਮਾਰ ਦਿਓਗੇ। ਪਾਪੀਆਂ ਨੂੰ ਛੱਡਿਆ ਜਾ ਰਿਹਾ, ਸੰਤਾਂ ਨੂੰ ਨੀਹਾਂ ਵਿੱਚ ਚਿਣਨ ਵਾਸਤੇ ਛੱਡਿਆ ਗਿਆ। ਨੀਹਾਂ ਆ ਗਈਆਂ, ਚੂਨਾ ਆ ਗਿਆ, ਇੱਟਾਂ ਆ ਗਈਆਂ। ਹਰ ਇੱਕ ਲੱਗਦੀ ਹੋਈ ਇੱਟ ਨਾ ਪੁੱਛਿਆ ਗਿਆ, ਬੱਚਿਓ ਅਜੇ ਵੀ ਮੰਨ ਜਾਓ, ਅਜੇ ਵੀ ਮੰਨ ਜਾਓ। ਉਹ ਨਹੀਂ ਮੰਨਦੇ। ਮੁਸਲਮਾਨ ਬਣ ਜਾਓ, ਤੁਹਾਨੂੰ ਛੱਡ ਦਿਆਂਗੇ, ਜ਼ਕੀਰਾਂ ਦੇ ਦਿਆਂਗੇ, ਆਪਣੀਆਂ ਲੜਕੀਆਂ ਦੇ ਰਿਸ਼ਤੇ ਦੇ ਦਿਆਂਗੇ। ਉਹਨਾਂ ਕਿਹਾ ਨਹੀਂ, ਧਰਮ ਨੂੰ ਛੱਡ ਕੇ ਜੀਣ ਨਾਲੋਂ ਚੰਗਾ ਵੀ ਸਾਨੂੰ ਅੱਜ ਹੀ ਮਾਰ ਦੇ। ਜਦੋਂ ਗੋਡਿਆਂ ਤੱਕ ਨੀਹਾਂ ਆਉਂਦੀਆਂ ਨੇ, ਗੁਰੂ ਕੇ ਪੁੱਤਰਾਂ ਦੀ ਪਤਲੀਆਂ ਪਤਲੀਆਂ ਲੱਤਾਂ, ਛੋਟੇ ਛੋਟੇ ਬੱਚੇ ਨੇ, ਉਹ ਗੋਡਿਆਂ ਦੀਆਂ ਚੱਪਣੀਆਂ ਅੱਗੇ ਵਧੀਆਂ ਹੋਈਆਂ ਨੇ ਤੇ ਇੱਟ ਭੰਨ ਕੇ ਰਾਜ ਮਿਸਤਰੀ ਲਾਉਣ ਲੱਗਦਾ। ਤੇ ਕਾਜੀ ਕਹਿੰਦਾ, ਓਏ ਰਾਜ ਮਿਸਤਰੀ ਇੱਟ ਨਾ ਭੰਨ, ਸਰਕਾਰੀ ਇੱਟ ਪੈਸੇ ਖਰਚ ਕੇ ਆਈ, ਇਹਨਾਂ ਨੇ ਤੇ ਹੁਣੇ ਮਰ ਜਾਣਾ। ਤੇ ਇਹਨਾਂ ਦੇ ਗੋਡਿਆਂ ਤੇ ਜੇ ਇੱਟ ਨਹੀਂ ਖਲੋਂਦੀ ਤੇ ਤੇਸੀ ਮਾਰ ਕੇ ਗੋਡਿਆਂ ਦੀਆਂ ਚੱਪਣੀਆਂ ਬਾਹਰ ਕੱਢ ਦੇ, ਇਹਨਾਂ ਦੇ ਗੋਡੇ ਝਾੜ ਦੇ, ਤੂੰ ਇੱਟ ਕੋ ਤੋੜਦਾ। ਜਦੋਂ ਉਹਨਾਂ ਨੇ ਗੁਰੂ ਕੇ ਪੁੱਤਰਾਂ ਦੀਆਂ ਤੇਸੀਆਂ ਨਾਲ ਗੋਡੇ ਕੱਢੇ, ਫਿਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਆਖਿਆ, ਵਜੀਦ ਖਾਨ सच को मिटाओगे तो मिटोगे जहान से, डरता नहीं अकाल किसी शहंशाह की शान से, उपदेश अपना सुन लो जरा दिल के कान से, हम कहते हैं तुम्हें खुदा की जुबान से। ਤੈਨੂੰ ਰੱਬ ਦੀ ਗੱਲ ਦੱਸਨੇ ਆ, ਪਰ ਉਹਨਾਂ ਨੂੰ ਤੇ ਰੱਬ ਵੀ ਭੁੱਲਿਆ ਹੋਇਆ ਸੀ। ਜਦੋਂ ਸਾਹਿਬਜ਼ਾਦਿਆਂ ਦੇ ਛਾਤੀ ਤੱਕ ਨੀਆਂ ਆਈਆਂ, ਗੁਰੂ ਕੇ ਲਾਲ ਬੇਹੋਸ਼ ਹੋ ਗਏ, ਸਾਹ ਘੁੱਟੇ ਗਏ, ਪੈਰਾਂ ਤੇ ਖਲੋਤਾ ਨਾ ਗਿਆ। ਜਦੋਂ ਸਰੀਰ ਉਲਟੇ, ਨਾਲ ਹੀ ਕੰਧਾਂ ਡਿੱਗ ਪਈਆਂ, ਨਾਲ ਹੀ ਸਾਹਿਬਜ਼ਾਦੇ ਡਿੱਗੇ। ਜਦੋਂ ਡਿੱਗੇ, ਵਜੀਦ ਖਾਨ ਨੇ ਆਖਿਆ, ਵੇਖੋ ਜੀਂਦੇ ਆ ਕਿ ਹੈਗੇ ਆ, ਸਵਾਸ ਚੱਲਦੇ ਆ ਜੀ। ਉਹਨੇ ਕਿਹਾ, ਇੰਨਾ ਚਿਰ ਸਾਡੇ ਕੋਲ ਖਲੋਣ ਦਾ ਟਾਈਮ ਨਹੀਂ, ਖਤਮ ਕਰ ਦਿਓ। ਦੋਵਾਂ ਜਲਾਦਾਂ ਨੇ ਆਪਣੀਆਂ ਕਿਰਚਾਂ ਕੱਢੀਆਂ ਤੇ ਸਹਿਕਦੇ ਸਾਹਿਬਜ਼ਾਦਿਆਂ ਦੀ ਸਾਹ ਰਗ ਦੇ ਉੱਤੇ ਜਦੋਂ ਕਿਰਚ ਫੇਰੀ, ਤੜਫਦੇ ਦਾਦੀ ਦੇ ਪੋਤੇ ਸ਼ਹੀਦ ਹੋ ਗਏ। ਉਧਰ ਦਾਦੀ ਮਾਤਾ ਬੁਰਜ ਤੇ ਪ੍ਰਾਣ ਪੰਖੇਰੂ ਹੋ ਗਏ, ਉਹ ਉੱਥੇ ਸ਼ਹੀਦੀ ਪਾ ਗਏ। ਐਲਾਨ ਕਰ ਦਿੱਤਾ, ਕੋਈ ਇਹਨਾਂ ਦੀਆਂ ਲਾਸ਼ਾਂ ਨਾ ਚੁੱਕੇ, ਜੇ ਕਿਸੇ ਨੇ ਲਾਸ਼ਾਂ ਚੁੱਕੀਆਂ ਤੇ ਉਹਨਾਂ ਦੇ ਪਰਿਵਾਰ ਨਾਲ ਵੀ ਇਦਾਂ ਹੀ ਹੋਏਗਾ। ਪਰ ਦਾਵਾ ਅਗਨ ਬਹੁਤ ਤ੍ਰਿਣ ਜਾ ਰੇ, ਕੋਈ ਹਰਿਆ ਬੂਟ ਰਹਿਓ ਰੀ। ਜੇ ਕੋਈ ਵੀ ਨਹੀਂ ਸੀ, ਦੀਵਾਨ ਟੋਡਰਮਲ ਸਾਹਿਬ ਨੂੰ ਕੋਈ ਭੁੱਲ ਨਹੀਂ ਸਕਦਾ। ਜੇ ਗੰਗੂ ਇੱਕ ਪਾਸੇ ਆ ਤੇ ਇੱਕ ਪਾਸੇ ਦੀਵਾਨ ਸਾਹਿਬ ਬੈਠੇ ਹੋਏ, ਜਿਨ੍ਹਾਂ ਨੇ ਉਸ ਸਮੇਂ 78,000 ਸੋਨੇ ਦੀ ਮੋਹਰ ਖੜੇ ਪੱਲੇ ਵਿਛਾ ਕੇ ਤੇ 4 ਬਾਈ 4 ਫੁੱਟ ਦਾ ਥਾਂ ਲੈ ਕੇ ਤੇ ਦੋ ਇਹ ਦੋਵੇਂ ਜੀ ਆਏ, ਦੀਵਾਨ ਟੋਡਰਮਲ ਸਾਹਿਬ ਤੇ ਉਹਨਾਂ ਦੀ ਪਤਨੀ, ਇੱਕ ਬਾਬਾ ਮੋਤੀ ਰਾਮ ਜੀ ਮਹਿਰਾ ਤੇ ਉਹਨਾਂ ਦੀ ਪਤਨੀ। ਦੋਵਾਂ ਬੀਬੀਆਂ ਨੇ ਮਾਤਾ ਜੀ ਦਾ ਸਰੀਰ ਬੁਰਜ ਤੋਂ ਲਿਆਂਦਾ ਚੁੱਕ ਕੇ। ਦੋਵਾਂ ਜਾਣਿਆਂ ਨੇ ਇੱਕ ਇੱਕ ਸਾਹਿਬਜ਼ਾਦੇ ਨੂੰ ਚੁੱਕ ਕੇ ਸਾਂਝੀ ਚਿਖਾ ਚਿਣ ਕੇ, ਜਿੱਦਾਂ ਕਦੀ ਦਾਦੀ ਮਾਤਾ ਪੋਤਿਆਂ ਨੂੰ ਸੱਜੇ ਖੱਬੇ ਪਾ ਕੇ ਰਾਤ ਆਰਾਮ ਕਰਦੀ ਸੀ ਨਾ, ਵਿਚਕਾਰ ਚਿਖਾ ਤੇ ਦਾਦੀ ਮਾਤਾ ਸੱਜੇ ਖੱਬੇ ਦੋਵੇਂ ਪੋਤਰੇ ਪਾ ਕੇ। ਦੀਵਾਨ ਸਾਹਿਬ ਨੇ ਅਰਦਾਸ ਵਿੱਚ ਆਖਿਆ, ਕਲਗੀ ਵਾਲੇ ਪਾਤਸ਼ਾਹ, ਸਾਡੇ ਕੋਲ ਇੰਨਾ ਟਾਈਮ ਨਹੀਂ, ਤੇਰੇ ਪੁੱਤਰਾਂ ਦਾ ਇਸ਼ਨਾਨ ਕਰਾਈਏ ਜਾਂ ਮਾਤਾ ਜੀ ਦਾ ਇਸ਼ਨਾਨ ਕਰਾਈਏ। ਇੱਕ ਵਾਰੀ ਸੌਦਾ ਕਰਕੇ ਵਜੀਦ ਖਾਨ ਮੁੱਕਰ ਗਿਆ, ਵੀ ਜਦੋਂ ਆਖਿਆ ਚੌੜੇ ਪੱਲੇ ਮੋਹਰ ਨਹੀਂ, ਮੈਂ ਖੜੇ ਪੱਲੇ ਲੈਣੇ। ਹੁਣ ਜੇ ਫੇਰ ਮੁੱਕਰ ਗਿਆ ਤੇ ਅਸੀਂ ਕਿੱਦਾਂ ਥਾਂ ਲਵਾਂਗੇ? ਪਾਤਸ਼ਾਹ, ਇਹਨਾਂ ਨੇ ਕੰਮ ਹੀ ਇਦਾਂ ਦੇ ਕਰ ਦਿੱਤੇ ਨੇ, ਇਹਨਾਂ ਨੂੰ ਇਸ਼ਨਾਨਾਂ ਦੀ, ਲੋਈਆਂ ਦੀ, ਸਮੱਗਰੀਆਂ ਦੀ ਲੋੜ ਨਹੀਂ। ਉੱਥੇ ਹੀ ਚਿਖਾ ਦੇ ਉੱਤੇ ਬਾਲਣ ਰੱਖ ਕੇ ਛੋਟੀ ਜੀ ਅਰਦਾਸ ਕਰਕੇ ਤੇ ਸਾਹਿਬਜ਼ਾਦੇ ਤੇ ਮਾਤਾ ਜੀ ਦਾ ਇਕੱਠਾ ਸੰਸਕਾਰ ਕਰ ਦਿੱਤਾ। ਇਹ ਗੱਲ ਜਦੋਂ ਨੂਰੇ ਨੇ ਜਾ ਕੇ ਦੱਸੀ ਰਾਏਕੋਟ, ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ, ਤੇ ਵਿਦਵਾਨ ਕਹਿੰਦੇ ਆ, ਜਿਹਦੇ ਪੁੱਤਰਾਂ ਨਾਲ ਜਿਹਦੀ ਮਾਤਾ ਨਾਲ ਏਦਾਂ ਹੋਇਆ, ਹੁਣ ਉਹਦੀ ਹਿੰਮਤ ਤੇ ਉਹਦੀ ਜੁਰਤ ਵੇਖੋ। ਉਹ ਕਹਿੰਦੇ ਆ, ਇੰਨੀ ਗੱਲ ਸੁਣ ਕੇ ਉਹ ਮੁਸਕਰਾ ਕੇ ਉੱਠਿਆ। ਨੂਰੇ ਮਾਹੀ ਦੇ ਕੋਲ ਉਹਨੇ ਜਾ ਕੇ ਪੁੱਛਿਆ, ਹੱਸ ਕੇ ਉੱਠੇ ਗੁਰੂ ਸਾਹਿਬ ਜੀ। ਕਹਿੰਦੇ, ਉਹ ਨੂਰਿਆ, ਓਏ ਉਹ ਤੇ ਛੋਟੇ ਛੋਟੇ ਸੀ ਤੇ ਉਹਨਾਂ ਸਾਰੀ ਸਰਹੰਦ ਨੂੰ ਹਰਾ ਦਿੱਤਾ, ਡੋਲੇ ਹੀ ਨਹੀਂ। ਆਂਦੇ, ਨਹੀਂ ਮਹਾਰਾਜ, ਉਹ ਨਹੀਂ, ਏਡੇ ਵੱਡੇ ਸਾਕੇ ਕਰ ਗਏ। ਇੰਨੀ ਗੱਲ ਸੁਣ ਕੇ ਉਹ ਮੁਸਕਰਾ ਕੇ ਉੱਠਿਆ
ਨੂਰੇ ਮਾਹੀ ਦੇ ਕੋਲ ਉਹਨੇ ਜਾ ਕੇ ਪੁੱਛਿਆ, ਸੱਚੋ ਸੱਚ ਦਸੀ ਨੂਰਿਆ, ਝੂਠ ਨਾ ਬੋਲੀ, ਕੋਈ ਹਿੰਜ ਤੇ ਨਾ ਕੱਢੀ, ਕੋਈ ਆਹ ਤੇ ਨਾ ਕੇਰੀ। ਜਦੋਂ ਤੇਸੀ ਦੇ ਨਾਲ ਉਹਨਾਂ ਮਾਰੀ ਸੀ ਸੱਟ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਚੀਕ ਤੇ ਨਹੀਂ ਮਾਰੀ। ਮਹਾਰਾਜ ਕਹਿੰਦੇ ਉਹ ਛੋਟਾ ਸੀ ਫਤਿਹ ਸਿੰਘ, ਜਦੋਂ ਉਹਦੇ ਗੋਡੇ ਦੀ ਚੱਪਣੀ ਨਿਕਲੀ ਕਿਤੇ ਰੋਇਆ ਤਾਂ ਨਹੀਂ। ਨੂਰੇ ਨੇ ਆਖਿਆ, ਨਹੀਂ ਪਾਤਸ਼ਾਹ, ਜਿਹੜੀ ਜੁਰਤ ਤੇਰੇ ਵਿੱਚ ਆ ਉਦਾਂ ਦੀ ਜੁਰਤ ਤੇਰੇ ਪੁੱਤਰਾਂ ਵਿੱਚ ਸੀ। ਕੋਈ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੇਰੀ। ਜਦੋਂ ਤੇਸੀ ਨਾਲ ਮਾਰੀ ਸੀ ਉਹਨਾਂ ਸੱਟ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਚੀਕ ਤੇ ਨਹੀਂ ਮਾਰੀ। ਕਹਿੰਦੇ ਇੰਨੀ ਗੱਲ ਪੁੱਛਣ ਦਾ ਉਹਦਾ ਅੰਦਾਜ਼ ਹੀ ਵੱਖਰਾ ਸੀ। ਕਲਗੀਆਂ ਵਾਲਾ ਜਿਹੜਾ ਵਜਾ ਗਿਆ ਉਹ ਸਾਜ਼ ਹੀ ਵੱਖਰਾ ਸੀ, ਕਿਉਂਕਿ ਉਹਨੇ ਰੋ ਰੋ ਕੇ ਨਹੀਂ ਪੁੱਛਿਆ, ਉਹਨੇ ਹੱਸ ਹੱਸ ਕੇ ਪੁੱਛਿਆ। ਗਰੀਬ ਨਵਾਜ਼ ਪਾਤਸ਼ਾਹ ਜੀ ਤੀਰ ਦੇ ਨਾਲ ਦੱਬ ਦਾ ਬੂਟਾ ਪੁੱਟ ਕੇ ਕਹਿੰਦੇ ਆ, ਮੁਗਲਾਂ ਦੀ ਜੜ ਪੁੱਟੀ ਗਈ। ਸਭ ਤੋਂ ਵੱਡਾ ਪਾਪ ਦੁਨੀਆ ਤੇ ਇਹ ਹੋਇਆ। ਮਹਾਰਾਜ ਕਹਿੰਦੇ ਵੱਡੇ ਪੁੱਤ ਤੇ ਮੈਂ ਆਪ ਮੈਦਾਨ ਵਿੱਚ ਤੋਰੇ ਸੀ, ਪਰ ਮੇਰੇ ਦੁੱਧ ਪੀਂਦੇ ਹੋਏ ਬੱਚਿਆਂ ਨੂੰ ਇਹਨਾਂ ਨੀਹਾਂ ਵਿੱਚ ਚਿਣ ਕੇ ਮਾਰਿਆ। ਮੇਰੀ ਮਾਤਾ ਤੇ ਤਸ਼ੱਦਦ ਕੀਤਾ, ਇਹਨਾਂ ਦਾ ਜਪ ਤਪ ਖਤਮ ਹੋ ਗਿਆ। ਹੁਣ ਤੇਜ ਪ੍ਰਤਾਪ ਖਾਲਸੇ ਦਾ ਵਧੇਗਾ। ਉਹੀ ਗੱਲ ਹੋਈ ਸੀ। ਜੋਗੀ ਅੱਲਾ ਜਾਰ ਖਾਨ ਜੀ ਕਹਿੰਦੇ ਆ, ਜੋਗੀ ਜੀ इसके बाद बच हुई थोड़ी सी देर सी, बसती हुई सरहंद ईटों का ढेर थी। आ बस थोड़ा ही समा होया, ये जिहड़ी वसदी हुई सरहंद मुड़ के इट्टां दा ढेर बन गई सी। किदां बन गई सी? जदों बाबा बंदा सिंह बहादुर जी नूं महाराज उथों तोरदे आ, भई जा उन्हां जलादां नूं पकड़ना है, ਤੇ ਵਜੀਦ ਖਾਨ ਨੂੰ ਸੁੱਚੇ ਨੰਦ ਨੂੰ ਕੱਲੇ ਕੱਲੇ ਦੀ ਲਿਸਟ ਬਣਾ ਕੇ ਮਹਾਰਾਜ ਦਿੰਦੇ ਵੀ ਇਹਨਾਂ ਦਾ ਸੌਦਾ ਲਾਉਣਾ। ਗੁਰੂ ਕੇ ਚਰਨਾਂ ਤੇ ਹੱਥ ਰੱਖ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਇਹ ਗੱਲ ਕਰਦੇ ਸੀ। ਆਖਿਆ, ਬਾਪੂ ਉਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ। ਝੋਰਾ ਕਰੀ ਨਾ ਬਾਪੂ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ। ਮਾਛੀਵਾੜੇ ਦੇ ਉਹਨਾਂ ਜੰਗਲਾਂ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ। ਜਿਨ੍ਹਾਂ ਕੰਡਿਆਂ ਨੇ ਦਿੱਤਾ ਨਹੀਂ ਸੌਣ ਦਿੱਤਾ ਤੈਨੂੰ, ਉਹਨਾਂ ਖੰਡਿਆਂ ਨੂੰ ਝਾੜ ਦੇਾਂਗੇ ਖੰਡੇ ਦੀ ਧਾਰ ਬਣ ਕੇ। ਉਦਾਂ ਹੀ ਕੀਤਾ। ਸਾਸਲ ਬੇਗ ਬਾਸਲ ਬੇਖ ਨੂੰ ਪੁੱਠਾ ਰੁੱਖ ਨਾਲ ਟੰਗ ਕੇ ਜੀਂਦਾ ਸਾੜਿਆ ਗਿਆ। ਫਿਰ ਸਰਹੰਦ ਦੇ ਵਜੀਦ ਖਾਨ ਨੂੰ ਸੋਧਿਆ ਗਿਆ, ਉਹਨੂੰ ਖਤਮ ਕੀਤਾ। ਜਿਹੜਾ ਸੁੱਚਾ ਆਨੰਦ ਗੁਰੂ ਸਾਹਿਬ ਜੀ ਨੂੰ ਸੱਪ ਵਾਲੀ ਬੋਲੀ ਬੋਲਦਾ ਸੀ, ਉਹਦੀ ਹਵੇਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਕੇ ਜੀਂਦੇ ਨੂੰ ਅੱਗ ਲਾ ਕੇ ਤੇ ਉਹਨੂੰ ਵੀ ਸਾੜਿਆ। ਜਦੋਂ ਸ਼ਾਮਾਂ ਪਈਆਂ, ਬਾਬਾ ਬੰਦਾ ਸਿੰਘ ਜੀ ਨੇ ਆਖਿਆ, ਕੋਈ ਕੰਮ ਰਹਿ ਤਾਂ ਨਹੀਂ ਗਿਆ? ਇੱਕ ਬਿਰਧ ਮਾਤਾ ਸੀ ਉੱਥੇ, ਉਹਨੇ ਆਖਿਆ, ਵੇ ਪੁੱਤ, ਜਿੱਦਣ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ, ਮੈਂ ਇੱਥੇ ਖਲੋਤੀ ਹੋਈ ਸਾਂ ਤੇ ਬਾਬਾ ਫਤਿਹ ਸਿੰਘ ਨੇ ਗੱਲ ਆਖੀ ਸੀ, ਵਜੀਦ ਖਾਨ ਜੇ ਕੋਈ ਸਾਡੇ ਪਿੱਛੇ ਹੋਇਆ ਤੇ ਉਹ ਤੈਨੂੰ ਟੱਕਰੂਗਾ ਜ਼ਰੂਰ। ਜਿਨ੍ਹਾਂ ਨੀਹਾਂ ਵਿੱਚ ਚਿਣ ਕੇ ਤੂੰ ਅੱਜ ਸਾਨੂੰ ਮਾਰ ਦੇਣ ਲੱਗਾ ਨਾ, ਇਹਨਾਂ ਨੀਹਾਂ ਵਿੱਚ ਖਾਲਸਾ ਪੰਥ ਆਣ ਕੇ ਤੇ ਨਿਸ਼ਾਨ ਸਾਹਿਬ ਗੱਡੇਗਾ ਤੇ ਰਹਿੰਦੀ ਦੁਨੀਆ ਤੱਕ ਇਹਨਾਂ ਨੀਹਾਂ ਨੂੰ ਮੱਥੇ ਟੇਕਣਗੇ। ਜਿੱਥੇ ਤੇਰੀ ਕਬਰ ਬਿਣੂਗੀ ਉੱਥੇ ਕਦੀ ਕਿਸੇ ਨੇ ਛਿੱਤਰ ਮਾਰਨ ਵੀ ਨਹੀਂ ਆਉਣਾ। ਤੇ ਉਹ ਮਾਤਾ ਨੇ ਆਖਿਆ, ਪੁੱਤ ਬਸ ਸਾਰੇ ਕੰਮ ਹੋ ਗਏ ਨੇ, ਸਾਰੇ ਖਤਮ ਹੋ ਗਏ ਵੈਰੀ, ਨਿਸ਼ਾਨ ਸਾਹਿਬ ਗੱਡਣ ਵਾਲਾ ਰਹਿ ਗਿਆ। ਫਿਰ ਉਸੇ ਵੇਲੇ ਇੱਕ ਰੁੱਖ ਵੱਢਿਆ ਗਿਆ। ਉਹਨਾਂ ਸਮਿਆਂ 'ਚ ਨਿਸ਼ਾਨ ਸਾਹਿਬ ਲੱਕੜ ਦੇ ਹੁੰਦੇ ਸੀ, ਲੋਹੇ ਦੇ ਨਹੀਂ। ਰੁੱਖ ਵੱਢਿਆ ਗਿਆ, ਉਹਨੂੰ ਛਾਂਡ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣਾ ਕਮਰ ਕੱਸਾ ਖੋਲ ਕੇ ਰੁੱਖ ਦੇ ਉੱਤੇ ਨਿਸ਼ਾਨ ਸਾਹਿਬ ਦਾ ਫਰਲਾ ਬਣਾ ਕੇ ਉੱਥੇ ਗੱਡ ਕੇ ਤੇ ਫੇਰ ਜਕਾਰਾ ਬੁਲਾਇਆ ਗਿਆ, ਭਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤ ਸੰਗਤ ਜੀ, ਮੈਂ ਬੜਾ ਕੁਝ ਛੱਡ ਗਿਆ ਵਾਂ। ਗੁਰੂ ਸਾਹਿਬ ਉਹਨਾਂ ਸ਼ਹੀਦਾਂ ਤੋਂ ਆਪ ਸੰਗਤ ਕੋਲੋਂ ਮੈਂ ਮਾਫੀ ਚਾਹੁੰਦਾ। ਜਿੰਨਾ ਸਮਾਂ ਸੀ ਉਹਨੇ ਸਮੇਂ ਵਿੱਚ ਤਿਲ ਫੁੱਲ ਭੇਟਾ ਕਰਨ ਦਾ ਯਤਨ ਕੀਤਾ ਹੈ। ਆਪ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਸਾਹਿਬ ਜੀ ਖਿਮਾ ਕਰ ਦੇਣ। ਭਾਈ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਹੁਕਮ ਲਾ ਕੇ ਸੰਗਤ ਦੇ ਦਰਸ਼ਨ ਕਰਾਏ, ਉਹਨਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ਾਂ ਦੇਣ। ਉਹਨਾਂ ਸ਼ਹੀਦਾਂ ਦੇ ਚਰਨਾਂ 'ਤੇ ਨਮਸਕਾਰ। ਔਰ ਉਹਨਾਂ ਨੂੰ ਬੇਨਤੀ ਆ, ਆਪ ਸਾਰਿਆਂ ਦੇ ਘਰਾਂ ਵਿੱਚ, ਕਿਉਂਕਿ ਉਹਨਾਂ ਨੇ ਆਪਣੇ ਸੀਸ ਦਿੱਤੇ ਨੇ, ਦੁੱਖ ਝੱਲੇ ਨੇ ਸਾਨੂੰ ਸੁੱਖ ਦੇਣ ਵਾਸਤੇ। ਤੇ ਸੁੱਖ ਕਾਹਦੇ ਨਾਲ ਹੈ?
ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀਂ ਨਾ ਕੋਏ। ਉਹਨਾਂ ਨੂੰ ਸਮਾਂ ਵੀ ਨਹੀਂ ਸੀ ਮਿਲਦਾ, ਤਾਂ ਵੀ ਨਿਤਨੇਮ ਕੀਤਾ। ਆਪਣੇ ਘਰਾਂ ਵਿੱਚ ਦੋਵੇਂ ਟਾਈਮ ਨਿਤਨੇਮ ਕਰੋ, ਬਾਣੀ ਤੇ ਬਾਣੇ ਨਾਲ ਜੁੜੋ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਗੁਰੂ ਸਾਹਿਬ ਜੀ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ